हाँ जी, सत श्री अकाल। मैं कुलदीप ਸਿੰਘ ਸਿੱਧੂ ਤੇ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਲੜੀਵਾਰ ਆਪਾਂ ਚਰਚਾ ਕਰ ਰਹੇ ਹਾਂ। P+P ਦੇ ਪੇਪਰ ਆ ਰਹੇ ਨੇ, ਬਹੁਤ ਸਾਰੇ ਪੇਪਰ ਪੰਜਾਬ ਦੇ ਵਿੱਚ, ਤੇ ਉਹਨਾਂ ਦੇ ਵਾਸਤੇ ਆਪਾਂ ਗ੍ਰੈਂਡ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਜਿਹਦੇ ਵਿੱਚ ਆਪਾਂ ਕੰਪਿਊਟਰ ਦੇ ਪਿਛਲੇ ਸਾਲਾਂ ਦੇ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ ਡਿਸਕਸ ਕਰ ਰਹੇ ਹਾਂ। ਠੀਕ ਹੈ, ਸੋ ਜਿਹੜੇ ਬੰਦੇ ਪਹਿਲਾਂ ਤੋਂ ਜੁੜੇ ਹੋਏ ਆ ਉਹਨਾਂ ਨੂੰ ਤਾਂ ਸਾਰਾ ਕੁਝ ਪਤਾ, ਪਰ ਇਹ ਆ ਵੀ ਜਿਹੜੇ ਨਵੇਂ ਸਟੂਡੈਂਟ ਜੁੜਦੇ ਨੇ ਉਹਨਾਂ ਨੂੰ ਮੈਨੂੰ ਥੋੜਾ ਜਿਹਾ ਦੱਸਣਾ ਪੈਂਦਾ, ਬੇਸ ਬਣਾਉਣਾ ਪੈਂਦਾ, ਨਹੀਂ ਤਾਂ ਆਪਾਂ ਸਿੱਧਾ ਕੰਮ ਸਟਾਰਟ ਕਰਿਆ ਕਰੀਏ। ਠੀਕ ਹੈ, ਤੇ ਜਿਵੇਂ ਇਸ ਸੀਰੀਜ਼ ਦੇ ਵਿੱਚ ਆਪਾਂ ਚੈਪਟਰ ਵਾਈਜ਼ ਪ੍ਰੀਵੀਅਸ ਈਅਰ ਕੁਐਸਚਨ ਡਿਸਕਸ ਕਰ ਰਹੇ ਹਾਂ। ਪੂਰੇ ਸਾਰੇ ਕੁਐਸਚਨਾਂ ਨੂੰ ਆਪਾਂ ਛੋਟੇ ਛੋਟੇ ਚੈਪਟਰਸ ਦੇ ਵਿੱਚ ਵੰਡਿਆ। ਕਿਉਂ ਡਿਵਾਈਡ ਕੀਤਾ? ਤਾਂ ਕਰਕੇ ਤੁਹਾਨੂੰ ਪੜ੍ਹਨਾ ਸੌਖਾ ਰਹੇ। ਇਹ ਨਾ ਹੋਵੇ ਕਿ ਅਸੀਂ ਕਹਦੇ ਯਾਰ ਕੰਪਿਊਟਰ ਤਾਂ ਸਾਨੂੰ ਆਉਂਦਾ ਨਹੀਂ, ਔਖਾ ਹੈ। ਔਖਾ ਕੁਛ ਨਹੀਂ, ਪਰ ਇਹ ਆ ਵੀ ਤੁਸੀਂ ਇਹਦੇ ਵਿੱਚੋਂ ਕੁਝ ਟੌਪਿਕ ਨੂੰ ਕਹਿ ਸਕਦੇ ਹੋ ਵੀ ਔਖੇ ਨੇ, ਵੀ ਮੈਂ ਇਹ ਛੱਡਣੇ ਨੇ, ਪਰ ਇਹ ਨਹੀਂ ਕਹਿਣਾ ਵੀ ਮੈਂ ਕੰਪਿਊਟਰ ਛੱਡਣਾ ਹੈ। ਤੁਹਾਡੇ ਫਾਇਦੇ ਲਈ ਆਪਾਂ ਚੈਪਟਰਾਈਜੇਸ਼ਨ ਕੀਤੀ ਹੈ, ਤੇ ਫਰਦਰ ਆਪਾਂ ਲੈਵਲਾਈਜੇਸ਼ਨ, ਪਤਾ ਨਹੀਂ ਲੈਵਲਾਈਜੇਸ਼ਨ ਸ਼ਬਦ ਹੁੰਦਾ ਕਿ ਨਹੀਂ, ਪਰ ਇਹ ਆਪਾਂ ਲੈਵਲ ਦੇ ਵਿੱਚ ਵੀ ਡਿਵਾਈਡ ਕੀਤਾ ਹੋਇਆ। ਫਸਟ ਲੈਵਲ ਬੇਸਿਕ ਲੈਵਲ, ਦੂਜਾ ਮੀਡੀਅਮ ਲੈਵਲ, ਤੀਜਾ ਹਾਰਡ ਲੈਵਲ। ਸੋ P+P ਦੇ ਲਈ 2 ਲੈਵਲ ਸਫੀਸ਼ੀਐਂਟ ਨੇ। ਹਜੇ ਮੈਂ ਫਿਲਹਾਲ ਬੇਸਿਕ ਲੈਵਲ ਦੇ ਕੁਐਸਚਨ ਕਰਾ ਰਿਹਾ। ਉਸੇ ਲੜੀ ਦੇ ਵਿੱਚੋਂ ਹੀ ਅੱਜ ਆਪਾਂ ਦੇਖਾਂਗੇ 7ਵਾਂ ਚੈਪਟਰ, ਜਿਹਦੇ ਵਿੱਚ ਵੈਬ, ਇੰਟਰਨੈਟ, ਬਰਾਊਜ਼ਰ ਤੇ ਸਰਚ ਇੰਜਨਸ ਦੇ ਆਪਾਂ ਕੁਐਸਚਨ ਰੱਖੇ ਨੇ। ਵੈਬ ਦੇ ਵਿੱਚ ਵੈਬ ਦੀ ਡਿਵੈਲਪਮੈਂਟ ਕਿਵੇਂ ਹੋਈ, ਵੈਬ ਦੇ ਵਿੱਚ ਹਾਈਪਰਲਿੰਕ ਕੀ ਹੁੰਦਾ, DNS ਕੀ ਹੁੰਦਾ, ਵੈਬ 1.0, 2.0, 3.0, ਇਹ ਕੀ ਨੇ ਟਰਮ, ਹਨਾ। ਸੋ ਇਹਨਾਂ ਤੇ ਕੁਐਸਚਨ ਪੁੱਛੇ ਜਾਂਦੇ ਨੇ, ਤੇ ਪੁੱਛੇ ਹੋਏ ਕੁਐਸਚਨਾਂ ਦੇ ਹੀ ਮੈਂ ਤੁਹਾਨੂੰ ਐਕਸਪਲੇਨੇਸ਼ਨ ਦੇ ਨਾਲ ਵਿਦ ਥਿਊਰੀ ਕਰਵਾਉਂਗਾ ਨਾਲ ਹੀ। ਠੀਕ ਹੈ, ਸੋ ਆਪਾਂ ਬਹੁਤ ਸਮਾਂ ਨਹੀਂ ਲਾਉਂਦੇ, ਸਟਾਰਟ ਕਰਦੇ ਹਾਂ। ਇਹ ਪ੍ਰੋਫਾਈਲ ਹੈ ਮੇਰਾ, ਤੁਸੀਂ ਆਲਰੇਡੀ ਜਾਣਦੇ ਹੋ। ਸੋ ਫਸਟ ਕੁਐਸਚਨ ਤੋਂ ਸਟਾਰਟ ਕਰਦੇ ਹਾਂ ਆਪਾਂ। ਜਿਵੇਂ ਪਹਿਲਾ ਕੁਐਸਚਨ ਹੈਗਾ, ਕਹਿੰਦਾ ਇਨ ਡੈਸ਼, ਕਹਿੰਦਾ ਆ ਇੱਕ URL ਦੇਤਾ https://www.abc.com/ ਸ਼ੇਅਰਿੰਗ, ਇਹਨੂੰ ਫਾਰਵਰਡ ਸਲੈਸ਼ ਬੋਲਦੇ ਹਾਂ ਆਪਾਂ, /PQRLO/u14.pdf। ਕਹਿੰਦਾ ਇਹਦੇ ਵਿੱਚੋਂ what does PQRLO ਤੇ ਆਹ ਵਾਲਾ ਕੀ ਸਟੈਂਡ ਕਰਦਾ, ਕੀ ਇਹ ਪ੍ਰੋਟੋਕਾਲ ਹੈ? ਨਹੀਂ, ਪ੍ਰੋਟੋਕਾਲ ਤਾਂ ਆਹ ਹੈ, HTTPS ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕਾਲ ਸਿਕਿਉਰ। ਇਹ ਪ੍ਰੋਟੋਕਾਲ ਹੈ। ਫਾਈਲ ਨੇਮ ਹੋ ਸਕਦਾ, ਡੋਮੇਨ ਨੇਮ ਹੋ ਸਕਦਾ, ਡਾਇਰੈਕਟਰੀ ਹੋ ਸਕਦੀ ਹੈ। ਠੀਕ ਹੈ, ਇਹਦੇ ਬਾਰੇ ਆਪਾਂ ਥੋੜਾ ਜਿਹਾ ਪੜ੍ਹ ਲੈਂਦੇ ਹਾਂ। ਇਹਨੂੰ ਜਿਵੇਂ ਆਪਾਂ ਪ੍ਰੋਟੋਕਾਲ ਬੋਲਦੇ ਹਾਂ, ਤੇ ਜਿਹੜਾ ਇੱਥੋਂ ਲੈ ਕੇ ਇੰਨਾ ਪੋਰਸ਼ਨ ਹੁੰਦਾ ਇਹਨੂੰ ਆਪਾਂ ਡੋਮੇਨ ਨੇਮ ਵੀ ਬੋਲ ਸਕਦੇ ਹਾਂ, ਹੋਸਟ ਨੇਮ ਵੀ ਬੋਲ ਸਕਦੇ ਹਾਂ। ਠੀਕ ਹੈ, ਇਹ ਸਾਨੂੰ ਡੋਮੇਨ ਖਰੀਦਣਾ ਪੈਂਦਾ, ਰਜਿਸਟਰਡ ਕਰਾਉਣਾ ਪੈਂਦਾ। ਮੰਨ ਲਓ ਆਪਾਂ ਆਪਣੀ ਵੈਬਸਾਈਟ ਬਣਾਉਣੀ ਹੋਵੇ binaryinstructor.com, ਤਾਂ binaryinstructor.com ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਹੋਊਗਾ, ਤਾਂ ਉਹ ਸਾਨੂੰ IP ਖਰੀਦਣਾ ਕਹਿ ਲਓ, ਚਾਹੇ ਡੋਮੇਨ ਨੇਮ ਖਰੀਦਣਾ ਕਹਿ ਲਓ। ਉਹ ਜਿਵੇਂ ਬਹੁਤ ਸਾਰੀਆਂ ਸਾਈਟਾਂ ਨੇ godaddy.com ਕਰਕੇ, ਹੈ ਨਾ। ਜੇ ਕਿਸੇ ਨੇ ਹੋਰ ਲਿਆ ਹੋਇਆ ਬਾਈਨਰੀ ਇੰਸਟਰਕਟਰ, ਫਿਰ ਨਹੀਂ ਆਪਾਂ ਨੂੰ ਮਿਲੂਗਾ। ਫਿਰ ਬਾਈਨਰੀ ਇੰਸਟਰਕਟਰ 1 ਜਾਂ ਬਾਈਨਰੀ ਇੰਸਟਰਕਟਰ 01, ਜਾਂ ਫਿਰ ਵੀ ਇੱਕ ਅੱਧਾ ਅੱਖਰ ਬਦਲ ਕੇ ਫਿਰ ਆਪਾਂ ਨੂੰ ਉਹ ਮਿਲ ਜੂਗਾ। ਤੇ ਆਹ ਡਾਇਰੈਕਟਰੀ ਜਿਵੇਂ ਫੋਲਡਰ ਹੁੰਦਾ ਸਾਡੇ ਕੰਪਿਊਟਰ ਦੇ ਵਿੱਚ, ਤੇ ਕੰਪਿਊਟਰ ਦੇ ਵਿੱਚ ਫਾਈਲ ਪਈ ਹੁੰਦੀ ਹੈ, ਜਿਹੜੀ ਫਾਈਲ ਦਾ ਨਾਮ ਹੁੰਦਾ ਆ ਉਹਦੀ ਐਕਸਟੈਂਸ਼ਨ ਹੁੰਦੀ ਹੈ। JPG ਦਾ ਮਤਲਬ ਫਾਈਲ ਹੈ, ਜੇ ਮੈਂ .mp3 ਕਰਦਿਆਂ ਇਹਦਾ ਮਤਲਬ ਆਡੀਓ ਫਾਈਲ ਹੈ। ਠੀਕ ਆ, ਸੋ ਇਹਨੂੰ ਰਿਸੋਰਸ ਪਾਥ ਬੋਲ ਦਿੰਦੇ ਆ, ਤੇ ਪੂਰੇ ਨੂੰ ਇਸ ਨੂੰ ਆਪਾਂ URL ਬੋਲ ਦਿੰਦੇ ਆ, ਯੂਨੀਫਾਰਮ ਰਿਸੋਰਸ ਲੋਕੇਟਰ। ਇਹਦੀ ਐਬਰੀਵੇਸ਼ਨ ਬਹੁਤ ਵਾਰੀ ਪੁੱਛੀ ਗਈ ਆ ਉਹਨੇ, ਯੂਨੀਫਾਰਮ ਰਿਸੋਰਸ ਲੋਕੇਟਰ। ਤੇ ਇਹ ਕਿਸੇ ਵੈਬਸਾਈਟ ਦਾ ਜਾਂ ਕਿਸੇ ਰਿਸੋਰਸ ਦਾ ਐਡਰੈਸ ਹੁੰਦਾ ਇਹ ਪੂਰਾ। ਠੀਕ ਹੈ, ਸੋ ਆਪਾਂ ਨੂੰ ਮੈਨੂੰ ਲੱਗਦਾ ਸ਼ਾਇਦ ਆਹ ਪਿੱਛੇ ਵਾਲਾ ਪੁੱਛਿਆ, ਤਾਂ ਆਹ ਵਾਲੀ ਚੀਜ਼ ਪੁੱਛੀ ਆ ਉਹਨੇ, ਹੈ ਨਾ, ਇੰਨਾ ਪੋਰਸ਼ਨ। ਫਿਰ ਇਹ ਪ੍ਰੋਟੋਕਾਲ ਆਪਾਂ ਕਹਿਤਾ, ਡੋਮੇਨ ਨੇਮ ਵੀ ਨਹੀਂ ਹੋ ਸਕਦਾ, ਡਾਇਰੈਕਟਰੀ ਦਾ ਨਾਮ ਵੀ ਨਹੀਂ ਹੋ ਸਕਦਾ, ਹੈ ਨਾ। ਫਿਰ ਇਹ ਫਾਈਲ ਦਾ ਨਾਮ ਹੈ। ਬੇਸ਼ੱਕ ਉਹਨੇ ਇਹ ਪੁੱਛਿਆ ਸੀਗਾ ਇੰਟੈਲੀਜੈਂਸ ਅਸਿਸਟੈਂਟ ਦੇ ਵਿੱਚ, ਜਿਹੜੀ ਆਹ ਵਾਲੀ ਆ ਇਕੱਲੀ ਡਾਇਰੈਕਟਰੀ ਆ, ਆਹ ਡਾਇਰੈਕਟਰੀ ਦੇ ਵਿੱਚ ਫਾਈਲ ਨੇਮ ਹੈ। ਹੁਣ ਨਾ ਤਾਂ ਇਹਨੂੰ ਫਾਈਲ ਨੇਮ ਕਹਿ ਸਕਦੇ ਆ, ਕਿਉਂਕਿ ਜੇ ਇੰਨਾ ਪੁੱਛਦਾ ਫਿਰ ਤਾਂ ਫਾਈਲ ਨੇਮ ਹੁੰਦਾ, ਤੇ ਜੇ ਇਸ ਨੂੰ ਆਪਾਂ ਇਕੱਲੇ ਨੂੰ ਪੁੱਛਦਾ ਤਾਂ ਇਹ ਡਾਇਰੈਕਟਰੀ ਨੇਮ ਹੋਣਾ ਸੀ। ਤਾਂ ਦੋਨੇ ਪੁੱਛ ਲਏ ਉਹਨੇ, ਬਟ ਉਹਨੇ ਆਨਸਰ ਇਹੀ ਦਿੱਤਾ ਹੋਇਆ ਸੀਗਾ ਫਾਈਲ ਨੇਮ। ਤਾਂ ਡਾਇਰੈਕਟਰੀ ਨੇਮ ਤਾਂ ਇਕੱਲੇ ਨੂੰ ਬੋਲਣਾ ਸੀ, ਤਾਂ ਫਾਈਲ ਨੇਮ ਹੀ ਠੀਕ ਹੈ। ਚਲੋ, ਉਦੋਂ ਇਹ ਪੇਪਰ ਰਿਜੈਕਟ ਹੋ ਗਿਆ ਸੀ, ਤੁਹਾਨੂੰ ਪਤਾ ਹੈ। ਇਹਦੇ ਤੇ ਆਪਾਂ ਉਹ ਵੀ ਨਹੀਂ ਪਾ ਸਕੇ, ਕੀ ਪਾਉਂਦੇ ਹੁੰਦੇ ਆਬਜੈਕਸ਼ਨ ਆ ਵੀ, ਹੈ ਨਾ। ਸੋ ਇਹਦੇ ਹਿਸਾਬ ਨਾਲ ਫਾਈਲ ਨੇਮ ਹੈ, ਬਟ ਇਹ ਗਲਤ ਪੁੱਛਿਆ ਹੋਇਆ। ਜੇ ਉਹ ਕੱਲਾ ਇੰਨੇ ਨੂੰ ਪੁੱਛਦਾ ਫਿਰ ਆਪਾਂ ਕਹਿ ਦਿੰਦੇ ਫਾਈਲ ਨੇਮ ਹੈ, ਕੱਲਾ ਆਹ ਪੁੱਛਦਾ ਆਪਾਂ ਕਹਿੰਦੇ ਡਾਇਰੈਕਟਰੀ ਨੇਮ ਹੈ। ਤਾਂ ਚਲੋ ਠੀਕ ਹੈ, ਮਤਲਬ ਤੁਹਾਨੂੰ ਆਈਡੀਆ ਹੋ ਗਿਆ। ਜੇ ਕੁਐਸਚਨ ਇਹੀ ਤਾਂ ਪੁੱਛੂਗਾ ਨਹੀਂ, ਹੈ ਨਾ, ਥੋੜਾ ਜਿਹਾ ਬਦਲ ਕੇ ਪੁੱਛੂਗਾ, ਤੁਸੀਂ ਆਨਸਰ ਕਰ ਸਕਦੇ ਹੋ। ਅਗਲਾ ਕੁਐਸਚਨ ਹੈ, ਇਹ ਕਿਸੇ ਹੋਰ ਸ਼ਿਫਟ ਦੇ ਵਿੱਚ ਆਇਆ, ਇਹ ਆਇਆਗਾ
ਕਿਉਂਕਿ ਉਹਦੇ ਸਵੇਰੇ ਸ਼ਾਮ ਨੂੰ ਵੀ ਸ਼ਿਫਟਾਂ ਹੋਈਆਂ ਸੀ, ਹੈ ਨਾ। ਸੋ ਇਹ ਦੇਖਦੇ ਆ। ਇਹਦੇ ਵਿੱਚ ਪੁੱਛਦਾ ਉਹ, ਕਹਿੰਦਾ what does www.abc.com, ਆ ਦੇਖੋ ਇੰਨਾ ਪੁੱਛਿਆ। ਇਹ ਹੁਣ ਸੌਖਾ ਆਪਾਂ ਨੂੰ, ਡੋਮੇਨ ਨੇਮ ਹੈ ਨਾ, ਜਾਂ ਇਹਨੂੰ ਹੋਸਟ ਨੇਮ ਵੀ ਬੋਲ ਦਿੰਦੇ ਆ। ਤਾਂ ਅਗਲਾ ਤੀਜਾ ਕੁਐਸਚਨ ਹੈਗਾ ਸਪੀਡ ਆਫ ਇੰਟਰਨੈਟ ਇਜ਼ ਮੈਜ਼ਰਡ ਇਨ, ਕਹਿੰਦਾ ਇੰਟਰਨੈਟ ਦੀ ਸਪੀਡ ਕਾਹਦੇ 'ਚ ਮੈਜ਼ਰ ਕਰਦੇ ਆ? DPI ਨਹੀਂ, GB, ਇਹ ਤਾਂ ਮੈਮਰੀ ਦੇ ਯੂਨਿਟ ਹੁੰਦੇ ਨੇ। ਹਰਟਸ, ਗਿਗਾਹਰਟਸ, ਇਹ ਸਪੀਡ ਹੁੰਦੀ ਹੈ CPU ਦੀ। ਇਹ CPU ਦੀ ਸਪੀਡ ਆ। ਇਹ ਪ੍ਰਿੰਟਰ ਦੀ ਸਪੀਡ, ਡਾਟਸ ਪਰ ਇੰਚ, ਇਹ ਰੈਜ਼ੋਲੂਸ਼ਨ ਹੈ, ਰੈਜ਼ੋਲੂਸ਼ਨ ਆਫ ਪ੍ਰਿੰਟਰ। ਤੇ ਇਹਦੇ ਨਾਲ ਲੱਗਦੀ ਗੱਲ ਹੋਰ ਦੱਸ ਦਿੰਦਾ, ਜੇ ਕੰਪਿਊਟਰ ਦੀ ਰੈਜ਼ੋਲੂਸ਼ਨ ਪੁੱਛ ਲੇ ਵੀ ਕੰਪਿਊਟਰ ਦੀ ਰੈਜ਼ੋਲੂਸ਼ਨ ਕਾਹਦੇ 'ਚ ਮੈਜ਼ਰ ਕਰਦੇ ਆ, ਤਾਂ ਪਿਕਸਲ ਦੇ ਵਿੱਚ ਮੈਜ਼ਰ ਕਰਦੇ ਆ। ਤਾਂ ਇਹਦੇ ਲਈ ਹੁੰਦਾ PPI, ਪਿਕਸਲ ਪਰ ਇੰਚ। ਇਹਦੀ ਐਬਰੀਵੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੁੱਛੀ ਜਾ ਸਕਦੀ ਹੈ। ਕੰਪਿਊਟਰ ਦੀ ਰੈਜ਼ੋਲੂਸ਼ਨ ਕਾਹਦੇ 'ਚ ਮੈਜ਼ਰ ਕਰਦੇ ਆ? ਪਿਕਸਲ ਦੇ ਵਿੱਚ। ਪ੍ਰਿੰਟਰ ਦੀ ਰੈਜ਼ੋਲੂਸ਼ਨ ਕਾਹਦੇ 'ਚ ਮੈਜ਼ਰ ਕਰਦੇ ਆ? ਡਾਟਸ ਪਰ ਇੰਚ। ਇਹਨਾਂ 'ਚ ਉਲਝਣਾ ਨਹੀਂ, ਠੀਕ ਹੈ। 'ਚ ਉਲਝੋਗੇ ਪੱਕਾ, ਤਾਂ ਕਰਕੇ ਮੈਂ ਵਾਰੀ ਦੱਸ ਰਿਹਾ। ਕੰਪਿਊਟਰ ਦੀ ਰੈਜ਼ੋਲੂਸ਼ਨ ਕਹਦੇ, ਦੇਖੋ ਚਾਹੇ ਤਾਂ ਕੰਪਿਊਟਰ ਦੀ ਰੈਜ਼ੋਲੂਸ਼ਨ ਬੋਲਦੇ, ਚਾਹੇ ਇਮੇਜ ਦੀ ਬੋਲਦੇ, ਤਾਂ ਵੀ ਇੱਕੋ ਹੀ ਗੱਲ ਹੈ। ਤੇ ਚਾਹੇ ਬੋਲਦੇ ਆਪਾਂ ਨੂੰ ਵੀਡੀਓ ਦੀ, ਸਾਰਿਆਂ ਦੀ ਰੈਜ਼ੋਲੂਸ਼ਨ ਕਾਹਦੇ 'ਚ ਮੈਜ਼ਰ ਕਰਦੇ ਆ? ਪਿਕਸਲ ਦੇ ਵਿੱਚ। ਕਿਹੜੇ ਯੂਨਿਟ ਹੁੰਦੇ ਨੇ? ਪਿਕਸਲ ਪਰ ਇੰਚ। ਜਿੰਨੇ PPI ਜ਼ਿਆਦਾ ਹੋਣਗੇ, ਜਿੰਨੇ ਇੱਕ ਇੰਚ ਦੇ ਵਿੱਚ, ਮੰਨ ਲਓ ਆ 1 ਇੰਚ ਹੈ, ਜਿੰਨੇ ਇਹਦੇ 'ਚ ਪਿਕਸਲ ਜ਼ਿਆਦਾ ਹੋਣਗੇ ਉਨੀ ਹੀ ਕੁਆਲਿਟੀ ਵਧੀਆ। ਜਦੋਂ ਅਸੀਂ ਜ਼ੂਮ ਕਰਦੇ ਹਾਂ ਫੋਟੋ ਨੂੰ, ਕਈ ਵਾਰੀ ਪਿਕਸਲ ਟੁੱਟਣ ਲੱਗ ਜਾਣ, ਉੱਥੇ ਘੱਟ ਪਿਕਸਲ ਹੁੰਦੇ ਨੇ, ਕੁਆਲਿਟੀ ਵਧੀਆ ਨਹੀਂ ਹੁੰਦੀ। ਤੁਸੀਂ ਜ਼ੂਮ ਕਰਕੇ ਦੇਖਿਓ ਫੋਟੋ ਨੂੰ। ਕਈ ਵਾਰੀ ਜਿਹੜੀ ਫੋਟੋਗ੍ਰਾਫਰ ਤੋਂ DSLR ਕੈਮਰਿਆਂ ਤੋਂ ਖਿੱਚੀ ਫੋਟੋ ਹੁੰਦੀ ਹੈ, DSLR, ਠੀਕ ਹੈ, ਇਹਨਾਂ ਤੇ ਜਿਹੜੀ ਖਿੱਚੀ ਹੋਈ ਫੋਟੋ ਹੁੰਦੀ ਹੈ ਉਹ ਫਟਦੇ ਨਹੀਂ ਪਿਕਸਲ, ਕਿਉਂਕਿ ਉਹਦੀ PPI ਜ਼ਿਆਦਾ ਹੁੰਦੀ ਹੈ। ਕਲੀਅਰ ਹੋਈ। ਤੇ ਜੇ ਪ੍ਰਿੰਟਰ ਦੀ ਗੱਲ ਕਰੀਏ ਆਪਾਂ, ਇਹ ਡਾਟਸ ਪਰ ਇੰਚ ਹੁੰਦਾ, ਠੀਕ ਹੈ। ਸੋ ਆਪਾਂ ਦੇਖ ਲੈਂਦੇ ਹਾਂ ਸਪੀਡ ਕਾਹਦੇ 'ਚ ਮੈਜ਼ਰ ਕਰਦੇ ਆ? ਬਿਟਸ ਪਰ ਸੈਕਿੰਡ ਦੇ ਵਿੱਚ। ਤਾਂ ਯੂਨਿਟ GB KB ਕੁਛ ਵੀ ਹੋ ਸਕਦਾ, ਤਾਂ ਆਨਸਰ ਤਾਂ ਹੈਗਾ B। ਤੇ ਆਪਾਂ ਦੇਖ ਲੈਂਦੇ ਹਾਂ CPU ਦੀ ਸਪੀਡ ਹਰਟਸ ਦੇ ਵਿੱਚ ਮੈਜ਼ਰ ਕਰਦੇ ਆ। HZ, ਇਹ ਕਿਲੋ ਹਰਟਸ ਹੋ ਸਕਦੀ ਹੈ, ਮੈਗਾ ਹਰਟਸ ਹੋ ਸਕਦੀ ਹੈ। ਇਹ ਆਪਾਂ ਮੈਮਰੀ ਵਾਲੇ ਚੈਪਟਰ ਦੇ ਵਿੱਚ ਚੰਗੀ ਤਰ੍ਹਾਂ ਪੜ੍ਹਿਆ ਏ, ਤੁਹਾਨੂੰ ਪਤਾ ਹੋਣਾ। ਪੰਜਵੇਂ ਚੈਪਟਰ ਹੀ ਸੀ ਹਾਂ ਮੈਮਰੀ ਦਾ ਵੀ। ਕਿਲੋ ਬਿਟ, ਮੈਗਾਬਿਟ, ਗਿਗਾਬਿਟ, ਟੈਰਾਬਿਟ, ਹੈ ਨਾ, ਉਵੇਂ ਹੀ ਵੱਧਦੇ ਨੇ। ਕਿਲੋ, ਮੈਗਾ, ਗਿਗਾ ਹਰਟਸ ਤੇ ਟੈਰਾ ਹਰਟਸ, ਕੈਨ ਬੀ ਪੈਟਾ ਹਰਟਸ। ਤੇ ਅੱਜ ਕੱਲ੍ਹ ਜਿਹੜੇ ਅਸੀਂ ਕੰਪਿਊਟਰ ਖਰੀਦਦੇ ਹਾਂ, ਲੈਪਟਾਪ, ਉਹਨਾਂ ਦੀ ਮੋਸਟਲੀ 2.4 ਗਿਗਾ ਹਰਟਸ ਫ੍ਰੀਕੁਐਂਸੀ ਤੇ ਕੰਮ ਕਰਦੇ, ਇੰਨੀ ਕੁ ਸਪੀਡ ਹੁੰਦੀ ਹੈ। ਤੁਸੀਂ ਮਾਈ ਕੰਪਿਊਟਰ ਤੇ ਜਾਂ ਦਿਸ ਕੰਪਿਊਟਰ ਤੇ ਜਾਇਓ, ਰਾਈਟ ਕਲਿੱਕ ਕਰਿਓ, ਪ੍ਰੋਪਰਟੀ ਦੇ ਵਿੱਚ ਜਾਇਓ, ਉੱਥੇ ਪਤਾ ਲੱਗ ਜਾਊਗਾ ਵੀ ਪ੍ਰੋਸੈਸਰ ਕਿਹੜਾ ਹੈ, ਕਿੰਨੀ ਸਪੀਡ ਹੈ, ਰੈਮ ਕਿਹੜੀ ਹੈ, ਕਿੰਨੀ ਸਪੀਡ ਹੈ, ਕਿਹੜੇ ਵਿੰਡੋ ਹੈ, ਹੈ ਨਾ, ਉਹ ਸਾਰੀਆਂ ਚੀਜ਼ਾਂ ਪਤਾ ਲੱਗ ਜਾਣਗੀਆਂ। ਇਹ ਜਿਹੇ ਕੰਮ ਕਰਕੇ ਦੇਖਿਆ ਕਰੋ, ਫਿਰ ਹੀ ਪਤਾ ਲੱਗਦਾ ਆਪਾਂ ਨੂੰ ਵੀ ਕੀ ਪੁੱਛਿਆ ਜਾ ਰਿਹਾ, ਠੀਕ ਹੈ। ਤੇ ਸਪੀਡ ਆਫ ਸੁਪਰ ਕੰਪਿਊਟਰ ਪੁੱਛ ਲਏ ਤਾਂ ਫਲॉप्स ਹੁੰਦੀ ਹੈ। ਫਲॉप्स ਹੁੰਦਾ ਹੈ ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ। ਇਹ ਵੀ ਯਾਦ ਰੱਖਣ ਵਾਲੀ ਗੱਲ ਹੈ, ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ। ਤੇ ਇਹਦੇ ਨਾਲ ਲੱਗਦੀ ਹੀ ਇੱਕ MIPS ਦੀ ਐਬਰੀਵੇਸ਼ਨ ਪੁੱਛ ਲੈਂਦਾ ਹੁੰਦਾ, ਮਿਲੀਅਨਸ ਆਫ ਇੰਸਟਰਕਸ਼ਨ ਪਰ ਸੈਕਿੰਡ, ਇਹਦੇ ਨਾਲ ਲੱਗਦੀ ਹੈ, ਠੀਕ ਹੈ। ਇੰਟਰਨੈਟ ਦੀ ਸਪੀਡ ਬਿਟਸ ਪਰ ਸੈਕਿੰਡ ਹੈ। ਇਟ ਕੈਨ ਬੀ ਕਿਲੋ ਬਿਟਸ per second, it can be megabits per second, it can be gigabits per second, it can be terabits per second, ਕੋਈ ਵੀ ਹੋ ਸਕਦੀ ਹੈ, ਠੀਕ ਹੈ। ਅੱਜ ਕੱਲ੍ਹ ਬਟ ਜ਼ਿਆਦਾਤਰ GBPS ਦੇ ਵਿੱਚ ਸਪੀਡ ਮੈਜ਼ਰ ਕਰਦੇ ਆਪਾਂ। ਜਿਹੜੀ ਆਪਣੇ ਕੋਲੇ ਉਹ ਨਹੀਂ ਹੁੰਦੀ ਕਿ ਤਾਰ ਜੀ ਜਿਹੜੀ ਪਾਉਣੇ ਆ, ਫਾਈਬਰ ਆਪਟਿਕਸ, ਉਹਦੀ ਸਪੀਡ ਜ਼ਿਆਦਾ ਹੁੰਦੀ ਹੈ। ਤਾਂ GBPS ਦੇ ਵਿੱਚ ਸਪੀਡ ਹੈ, ਹੋ ਸਕਦਾ 5G ਇੰਪਲੀਮੈਂਟ ਹੋ ਜੇ, ਟੈਰਾਬਾਈਟਸ ਦੇ ਵਿੱਚ ਸਪੀਡ ਆ ਜੇ, ਹੈ ਨਾ, ਪਰ ਸਾਡੇ ਕੋਲੇ ਨਹੀਂ ਪਹੁੰਚੀ ਹਜੇ ਤੱਕ, ਉਹ ਵੀ GBPS ਦੇ ਵਿੱਚ ਆ। ਤੇ ਪ੍ਰਿੰਟਰ ਦੀ ਸਪੀਡ CPM, LPM ਤੇ PPM। CPM ਹੁੰਦਾ ਕਿਹੜਾ ਹੁੰਦਾ, ਮੈਂ CI ਵਾਰੀ ਭੁੱਲ ਜਾਣਾ, ਕਰੈਕਟਰ ਪਰ ਮਿੰਟ। ਹਾਂ, ਪ੍ਰਿੰਟਰ 3 ਤਰ੍ਹਾਂ ਦੇ ਹੁੰਦੇ ਨੇ ਨਾ, ਆਪਾਂ ਪੜਾਂਗੇ, ਪ੍ਰਿੰਟਰ ਦਾ ਅਲੱਗ ਤੋਂ ਚੈਪਟਰ ਬਣਾਇਆ ਮੈਂ। ਕਰੈਕਟਰ ਪਰ ਮਿੰਟ, ਲਾਈਨ ਪਰ ਮਿੰਟ, ਪੇਜ ਪਰ ਮਿੰਟ। ਤੇ ਜੇ ਇੱਥੇ ਮਿੰਟ ਨਾ ਹੋਵੇ ਤਾਂ ਕਈ ਵਾਰੀ ਇੱਥੇ PPS ਵੀ ਪਾ ਦਿੰਦਾ ਹੁੰਦਾ। ਆ ਹੁਣੀ ਆਪਾਂ ਕਰਾਂਗੇ ਕੁਐਸਚਨ ਉਹਦੇ ਵੀ। ਕਲਰਕ ਦਾ ਹੋਇਆ, ਟੈਕਨੀਕਲ IT ਕਲਰਕ ਦਾ ਪੇਪਰ ਹੋਇਆ, ਉਹਦੇ 'ਚ ਉਹਨੇ M ਪਾਇਆ ਹੀ ਨਹੀਂ, PPS ਪਾਤਾ। ਤਾਂ ਪੇਜਸ ਪਰ ਸੈਕਿੰਡ। ਵੈਸੇ ਤਾਂ ਇਹ ਲੱਗਦਾ ਵੀ ਜਦੋਂ ਮਿੰਟ 'ਚ ਮੈਜ਼ਰ ਕਰਦੇ ਆ, ਯੂਨਿਟ ਵੱਡੇ ਛੋਟੇ ਹੋ ਸਕਦੇ ਨੇ, ਤਾਂ S ਵੀ ਹੋ ਸਕਦਾ ਇੱਥੇ, ਕਲੀਅਰ। ਤੇ ਰੈਜ਼ੋਲੂਸ਼ਨ ਪ੍ਰਿੰਟਰ ਦੀ ਕਾਹਦੇ 'ਚ ਮੈਜ਼ਰ ਕਰਦੇ ਸੀ? DPI, ਡਾਟਸ ਪਰ ਇੰਚ। ਕਲੀਅਰ ਹੋ ਗਈ ਗੱਲ। ਅਗਲਾ, ਵਿਚ ਆਫ ਦੀ ਫੋਲੋਇੰਗ
इज एन एड्रैस दैट स्पैसीफाई द लोकेशन ऑफ ए वैब पेज। ये मैं ਤੁਹਾਨੂੰ ਆਲਰੇਡੀ ਦੱਸ ਚੁੱਕਿਆ। DNS ਨਹੀਂ ਹੁੰਦਾ, HTML ਨਹੀਂ ਹੁੰਦਾ, HTTP ਨਹੀਂ ਹੁੰਦਾ। ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਹੁੰਦੀ ਹੈ ਜਿਹੜੀ ਵੈਬ ਸਰਵਰ ਤੋਂ ਲੈ ਕੇ ਯੂਜ਼ਰ ਤੱਕ ਕੀ ਕਰਦੀ ਹੈ, ਵੈਬ ਪੇजेस ਨੂੰ ਟ੍ਰਾਂਸਫਰ ਕਰਦੀ ਹੈ। ਪ੍ਰੋਟੋਕੋਲ ਹੈ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ। ਜੇ ਐਸ ਲਾ ਦਈਏ ਤਾਂ ਕੀ ਬਣ ਜਾਂਦਾ ਹੈ, ਸਿਕਿਉਰ ਬਣ ਜਾਂਦਾ ਹੈ। HTML ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ, ਇਹ ਵੈਬ ਪੇਜ ਡਿਜ਼ਾਈਨ ਕਰਨ ਦੇ ਲਈ ਬਣੀ ਸੀ। ਤੇ DNS ਸੀਗਾ ਡੋਮੇਨ ਨੇਮ ਸਿਸਟਮ, ਇਹ ਮੈਪਿੰਗ ਕਰਾਉਂਦਾ ਸੀ IP ਐਡਰੈਸ ਦੀ ਤੇ ਵੈਬ ਸਪੈਸੀਫਿਕ ਐਡਰੈਸ ਦੀ। ਇਹ ਮੈਂ ਦੂਜੇ ਲੈਵਲ 'ਚ ਕਰਾਉਂਗਾ, ਠੀਕ ਹੈ, ਥੋੜਾ ਜਿਹਾ ਲੈਵਲ ਇਹਦਾ ਉੱਚਾ ਰੱਖਾਂਗੇ ਆਪਾਂ। ਤਾਂ URL ਯੂਨੀਫਾਰਮ ਰਿਸੋਰਸ ਲੋਕੇਟਰ ਹੁੰਦਾ, ਇਹਨੂੰ ਆਪਾਂ ਪੂਰੇ ਨੂੰ URL ਬੋਲਦੇ ਆ। ਤਾਂ ਆਨਸਰ A ਆ। ਅਗਲਾ ਕੁਐਸਚਨ ਕਹਿੰਦਾ ਵਿਚ ਆਫ ਦੀ ਫੋਲੋਇੰਗ ਡੋਮੇਨਸ ਇਜ਼ ਯੂਜ਼ਡ ਫॉर ਪ੍ਰੋਫਿਟ ਬਿਜ਼ਨਸ। ਪ੍ਰੋਫਿਟ ਦੇ ਲਈ ਕਿਹੜਾ ਡੋਮੇਨ ਵਰਤਿਆ ਜਾਂਦਾ, ਠੀਕ ਹੈ। ਡੋਮੇਨ ਨੇਮ ਕੀ ਹੁੰਦਾ ਪਹਿਲਾਂ, ਡੋਮੇਨ ਨੇਮ ਇਜ਼ ਦੀ ਐਡਰੈਸ ਆਫ ਯੂਰ ਵੈਬਸਾਈਟ ਦੈਟ ਪੀਪਲ ਟਾਈਪ ਇਨ ਦਾ ਬਰਾਊਜ਼ਰ URL ਬਾਰ ਟੂ ਵਿਜ਼ਿਟ ਯੂਰ ਵੈਬਸਾਈਟ, ਜਿਵੇਂ google.com, wikipedia.org, youtube.com ਤੇ gmail.com। ਇਹਨੂੰ ਸਾਰੇ ਨੂੰ ਆਪਾਂ ਕੀ ਬੋਲ ਦਾਂਗੇ, ਡੋਮੇਨ ਨੇਮ ਬੋਲ ਦਿੰਦੇ ਆ ਇਸਨੂੰ, ਠੀਕ ਹੈ। ਵਰਲਡ ਵਾਈਡ ਵੈਬ ਇੱਕ ਕੰਟੇਨਰ ਹੁੰਦਾ ਹੈ, ਅੱਗੇ ਕੁਐਸਚਨ ਆਊਗਾ ਮੈਂ ਦੱਸੂਗਾ ਵਰਲਡ ਵਾਈਡ ਵੈਬ ਦਾ ਕੀ ਕੰਮ ਹੈ। ਤਾਂ ਇਹ ਡੋਮੇਨ ਦੀਆਂ ਟਾਈਪਸ ਨੇ, ਜਿਵੇਂ ਰੂਟ ਲੈਵਲ ਦਾ ਡੋਮੇਨ ਹੁੰਦਾ ਜਿਹੜਾ ਸਭ ਤੋਂ ਉੱਪਰ ਵਾਲਾ ਡਾਟ ਹੁੰਦਾ, ਜਿਵੇਂ .com ਡਾਟ ਹੁੰਦਾ ਰੂਟ ਲੈਵਲ ਦਾ ਡੋਮੇਨ, ਇਹ ਸਾਰਿਆਂ 'ਚ ਹੀ ਆਉਂਦਾ। ਫਿਰ ਟੌਪ ਲੈਵਲ ਡੋਮੇਨ ਆ ਜਾਂਦਾ, ਜਿਵੇਂ com ਆ ਗਿਆ, ਨੈਟ ਆ ਗਿਆ ਨੈਟਵਰਕ ਲਈ, ORG ਆਰਗੇਨਾਈਜੇਸ਼ਨ ਦੇ ਲਈ, EDU ਹੁੰਦਾ ਹੈਗਾ ਐਜੂਕੇਸ਼ਨ ਦੇ ਲਈ। ਤੇ ਫਿਰ ਆਪਣੇ ਕੋਲੇ ਜਿਵੇਂ ਸੈਕੰਡ ਟੌਪ ਲੈਵਲ, ਠੀਕ ਹੈ, ਇਹ google.com ਹੋ ਗਿਆ। ਥਰਡ ਲੈਵਲ ਡੋਮੇਨ ਹੋ ਸਕਦਾ ਜਿਵੇਂ ਪ੍ਰੈਜ਼ੀਡੈਂਟ, www.president.go.kr, ਠੀਕ ਹੈ। ਤੇ ਇਹਨੂੰ ਤਾਂ ਅਸੀਂ ਬੋਲਦੇ ਹਾਂ ਸਬ ਡੋਮੇਨ, ਇਹ ਹੁੰਦਾ ਹੈ ਸੈਕੰਡ ਲੈਵਲ ਡੋਮੇਨ, ਤੇ ਇਹ ਹੁੰਦਾ ਟੌਪ ਲੈਵਲ ਡੋਮੇਨ। ਆਹ ਡਾਟ ਜਿਹੜਾ ਹੁੰਦਾ ਇਹ ਰੂਟ ਡੋਮੇਨ ਮੰਨਿਆ ਜਾਂਦਾ ਆਪਣੇ ਕੋਲ, ਠੀਕ ਆ। ਸੋ ਜੇ COM ਪੜ੍ਹੀਏ ਤਾਂ ਕਮਰਸ਼ੀਅਲ ਪਰਪਸ ਦੇ ਲਈ ਹੈ ਇਹ। .org ਹੈ ਜਿਹੜਾ ਇਹ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਲਈ ਹੈ, ਠੀਕ ਹੈ, ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਲਈ। ਨੈਟਵਰਕ ਹੈ ਜਿਹੜਾ .NT ਹੈ, ਇਹ ਨੈਟਵਰਕ ਦੇ ਲਈ ਹੈ, ਠੀਕ ਹੈ। ਆਪਾਂ ਨੂੰ ਪੁੱਛਿਆ ਕੀ ਹੋਇਆ ਸੀ, ਪ੍ਰੋਫਿਟ ਦੇ ਲਈ ਪੁੱਛ ਲਿਆ, ਪ੍ਰੋਫਿਟ ਦੇ ਲਈ ਕੌਮ ਕਮਰਸ਼ੀਅਲ, ਤੇ ਜੇ ਪੁੱਛ ਲੈਂਦਾ ਨੋਨ ਪ੍ਰੋਫਿਟ ਦੇ ਲਈ ਫਿਰ ਆਪਾਂ ਕੀ ਲਾ ਦੇਣਾ ਸੀ, ORG ਆਰਗੇਨਾਈਜੇਸ਼ਨ, ਠੀਕ ਹੈ। URL ਆਪਾਂ ਪੜ੍ਹ ਚੁੱਕੇ ਹਾਂ, ਇੱਥੇ ਗਲਤੀ ਨਹੀਂ ਕਰਨੀ। ਇੱਥੇ ਮੋਸਟਲੀ ਸਟੂਡੈਂਟ ਗਲਤੀ ਕਰਦੇ ਆ ਵੀ, ਕਿਉਂਕਿ ਸੌਖਾ ਅਸੀਂ ਗਲਤੀ ਕਰਦੇ ਹਾਂ, ਪਰ ਧਿਆਨ ਰੱਖਣਾ ਯੂਨੀਫਾਰਮ ਰਿਸੋਰਸ ਲੋਕੇਟਰ, ਠੀਕ ਹੈ। ਕਈ ਵਾਰੀ ਜਿਵੇਂ ਯੂਨੀਕ ਰਿਸੋਰਸ ਲੋਕੇਟਰ ਵੀ ਇਹਦੇ ਨਾਲ ਦਾ ਲੱਗਦਾ ਹੈ, ਯੂਨੀਫਾਰਮ ਰਿਸੋਰਸ ਲੀਡਰ ਵੀ ਪਾ ਸਕਦਾ ਉਹ, ਹੈ ਨਾ। ਤਾਂ ਉੱਥੇ ਧਿਆਨ ਰੱਖਣਾ ਆਪਾਂ। ਅੱਗੇ ਹੈਗਾ ਕਹਿੰਦਾ ਇਹ ਪ੍ਰੋਗਰਾਮ ਦੈਟ ਯੂਜ਼ ਟੂ ਵਿਊ ਵੈਬਸਾਈਟ ਇਜ਼ ਕਾਲਡ। ਆਪਾਂ ਕੰਪਿਊਟਰ ਦੇ ਵਿੱਚ ਵੈਬਸਾਈਟ ਕਿਹੜੇ ਪ੍ਰੋਗਰਾਮ ਤੇ ਦੇਖਦੇ ਆ, ਵੈਬਸਾਈਟਾਂ ਕਾਹਦੇ 'ਚ ਖੋਲਦੇ ਆ? ਕੀ ਵੈਬ ਵਿਊਅਰ ਹੁੰਦਾ? ਨਹੀਂ। ਸਪਰੈਡਸ਼ੀਟ ਵੀ ਨਹੀਂ ਹੁੰਦਾ, ਵਰਡ ਪ੍ਰੋਸੈਸਰ ਵੀ ਨਹੀਂ ਹੁੰਦਾ, ਤਾਂ ਬਰਾਊਜ਼ਰ ਹੁੰਦਾ। ਤਾਂ ਯਾਰ ਬੜੇ ਸੌਖੇ ਨੇ, ਅੰਗਣਵਾੜੀ ਦੇ ਪੇਪਰ 'ਚ ਆਇਆ ਹੋਇਆ ਕੁਐਸਚਨ ਹੈ ਇਹ, ਠੀਕ ਹੈ। ਇਹ ਬਰਾਊਜ਼ਰ ਹੁੰਦੇ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਇਹ ਹੈਗਾ ਜੀ ਮੋਜ਼ੀਲਾ, ਇਹ ਹੈਗਾ ਕਰੋਮ, ਇਹ ਹੈਗਾ ਆਈਡੀਆ, ਕੀ ਕਹਿੰਦੇ ਨੇ ਇਹਨੂੰ, ਆਪਾਂ ਭੁੱਲ ਗਿਆ ਮੈਂ ਨਾਮ ਇਹਦਾ। ਆਹ ਵਾਲਾ ਸਫਾਰੀ ਹੈ। ਮੈਂ ਕਿਸੇ ਵੀਡੀਓ 'ਚ ਮੈਂ ਭੁੱਲ ਗਿਆ ਸੀਗਾ ਵੀ ਸਫਾਰੀ ਸਰਚ ਇੰਜਨ ਹੈ ਕਿ ਵੈਬ ਬਰਾਊਜ਼ਰ ਹੈ। ਤਾਂ ਯਾਦ ਰੱਖਣਾ ਸਫਾਰੀ ਵੈਬ ਬਰਾਊਜ਼ਰ ਹੈ। ਐਸ ਤੇ ਸਫਾਰੀ, ਐਸ ਤੇ ਸਰਚ ਇੰਜਨ ਨਹੀਂ ਹੈਗਾ। ਐਸ ਤੇ ਸਫਾਰੀ ਹੈ, ਇਹਦਾ ਐਸ ਤੇ ਸਰਚ ਇੰਜਨ ਨਹੀਂ ਹੈਗਾ, ਇਹਦਾ ਉਲਟ ਨਾਲ ਰਿਲੇਸ਼ਨ ਹੈ। ਐਸ ਤੇ ਸਫਾਰੀ ਹੈ, ਬੀ ਤੇ ਬਰਾਊਜ਼ਰ, ਐਸ ਵੀ ਹੈ ਇਹ, ਠੀਕ ਹੈ। ਸੇਮ ਰਿਲੇਸ਼ਨ ਵਾਲਾ ਨਹੀਂ ਹੈਗਾ, ਯਾਦ ਰੱਖਣਾ। ਤੇ ਇਹਨੂੰ ਪਤਾ ਨਹੀਂ ਕੀ ਕਹਿੰਦੇ ਆ ਯਾਰ, ਮੈਂ ਭੁੱਲ ਗਿਆ ਇਹਦਾ ਨਾਮ। ਆਹ ਹੁੰਦਾ ਇੰਟਰਨੈਟ ਐਕਸਪਲੋਰਰ, ਇਹਦਾ ਹੁਣ ਮੇਰੇ ਕਿਉਂ ਨਹੀਂ ਨਾਮ ਯਾਦ ਆ ਰਿਹਾ ਕੀ ਹੁੰਦਾ ਇਹ। ਚਲੋ ਤੁਸੀਂ ਕਮੈਂਟ ਕਰਕੇ ਦੱਸਿਓ, ਮੈਂ ਭੁੱਲ ਗਿਆ ਹੁਣ। ਵੈਸੇ ਮੈਨੂੰ ਯਾਦ ਤਾਂ ਹੈਗਾ ਕੀ ਨਾਮ ਹੁੰਦਾ ਇਹਦਾ, ਕਰੋਮ, ਸਫਾਰੀ, ਇਹਦਾ ਹੁਣ ਮੈਂ ਨਾਮ ਭੁੱਲ ਗਿਆ। ਚਲੋ ਕੋਈ ਨਹੀਂ, ਐ ਮਨ ਦੇ ਉੱਤੇ ਜੇ ਫਿਰਦਾ ਹੋਵੇ ਆਪਾਂ ਨੂੰ ਐ ਅੱਗੇ ਵੀ ਜਾਣ ਨੂੰ ਜੀ ਨਹੀਂ ਕਰਦਾ, ਹਨਾ, ਵੀ ਇਹਦਾ ਯਾਰ ਕੀ ਨਾਂ ਸੀਗਾ। ਚਲੋ ਛੱਡੋ ਯਾਰ, ਟਾਈਮ ਨਹੀਂ ਵੇਸਟ ਕਰਦੇ, ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ। WW ਰਿਪਰੈਜ਼ੈਂਟਸ, WW ਕੀ ਹੁੰਦਾ? ਵਰਲਡ ਵਾਈਡ ਵੈਬ ਹੁੰਦਾ, ਠੀਕ ਹੈ। ਹੁਣ ਮੈਂ ਬੇਸਿਕ ਤੁਹਾਨੂੰ ਅੱਗੇ ਪੜ੍ਹਾ ਰਿਹਾ, ਪਰ ਦਿਮਾਗ 'ਚ ਮੇਰੇ ਉਹੀ ਆ। ਓਪੇਰਾ ਯਾਦ ਆ ਗਿਆ, ਓਪੇਰਾ ਹੁੰਦਾ ਇਹ, ਠੀਕ ਹੈ, ਓਪੇਰਾ। ਤੇ ਫੋਨਾਂ 'ਚ ਵੀ ਹੁੰਦਾ ਇਹ ਓਪੇਰਾ ਮਿੰਨੀ, ਹੈ ਨਾ, ਫੋਨਾਂ 'ਚ UC ਵੀ ਹੁੰਦਾ ਇੱਕ, ਹੈ ਨਾ। ਸੋ ਇਹਦਾ ਹੁੰਦਾ ਵਰਲਡ ਵਾਈਡ ਵੈਬ। ਅੱਗੇ ਆ ਗਿਆ ਦੀ ਟਰਮ ਵੈਬ 2.0 ਵਾਜ਼ ਪੋਪੂਲਾਈਜ਼ਡ ਬਾਏ। ਕਹਿੰਦਾ ਵੈਬ 2.0 ਕਿਹਨੇ ਪੋਪੂਲਾਈਜ਼ ਕੀਤੀ ਸੀ? ਇਹਨੂੰ ਆਪਾਂ ਦੇਖਦੇ ਹਾਂ। ਵੈਬ ਦੀਆਂ ਵੀ ਜਨਰੇਸ਼ਨਾਂ ਨੇ, ਜਨਰੇਸ਼ਨਾਂ ਕਹਿ ਲਓ,
ਜਾਂ ਇਹਦੀਆਂ ਟਾਈਪ ਕਹਿ ਲਓ, ਜਿਵੇਂ ਕੰਪਿਊਟਰ ਦੀਆਂ ਜਨਰੇਸ਼ਨਾਂ ਨੇ 5 ਹੈ ਨਾ, ਉਵੇਂ ਹੀ ਵੈਬ 1.0 2.0 3.0 ਤੇ ਅੱਜ ਕੱਲ੍ਹ 4.0 ਵੀ ਟਰਮ ਚੱਲ ਰਹੀ ਹੈ। ਤੇ ਜਿਹੜਾ ਇਹਨਾਂ ਦੇ ਵਿੱਚ ਡਿਵੈਲਪਮੈਂਟ ਹੋਈਆਂ ਨੇ, ਨਵੀਆਂ ਟੈਕਨੋਲੋਜੀ ਆਈਆਂ ਨੇ, ਫਰੰਟ ਐਂਡ ਚੇਂਜ ਹੋਇਆ, ਬੈਕ ਐਂਡ ਕਿਹੜੀ ਚੇਂਜ ਹੋਇਆ, ਥੋੜੇ ਬਹੁਤ ਪੁਆਇੰਟਸ ਜਿੰਨੇ ਕੁ ਆਪਾਂ ਨੂੰ ਲੋੜ ਨੇ ਉਨੇ ਕੁ ਮੈਂ ਦੱਸੂਗਾ। ਤੇ ਵੈਬ 1.0 ਹੈ ਜਿਹੜੀ ਟਿਮ ਬਰਨਰ ਲੀ ਨੇ ਟਰਮ ਦਿੱਤੀ ਸੀ, ਤੇ 3 ਵਾਲਾ ਵੀ ਟਿਮ ਬਰਨਰ ਲੀ ਨੇ ਦਿੱਤਾ ਸੀ। ਤੇ ਵੈਬ 4.0 ਹੈ, ਵੈਸੇ ਉਹਦੇ 'ਚ ਕੁਐਸਚਨ ਨਹੀਂ ਪੁੱਛਿਆ ਗਿਆ ਹਜੇ ਤੱਕ, ਪਰ ਮੈਂ ਨਾਲ ਹੀ ਦੱਸ ਦੂੰਗਾ। ਤੇ ਜਿਹੜਾ ਵੈਬ 2.0 ਹੈ ਇਹ ਟਿਮ ਓਰੇਲੀ ਤੇ ਡੇਲ, ਇਹਨੂੰ ਪਤਾ ਨਹੀਂ ਕੀ ਬੋਲਾਂਗੇ, ਡੇਲ ਡੌਕਟੀ, ਹਾਂ ਡੇਲ ਡੌਕਟੀ ਬੋਲਾਂਗੇ, ਇਹਦੇ ਵਿੱਚ RT ਜਾਂ ਕਰਕੇ ਕੋਈ ਸਾਇਲੈਂਟ ਹੋ ਜਾਂਦਾ ਹੈ, ਡੇਲ ਡੌਕਟੀ ਹੈ ਨਾ। ਤਾਂ ਇਹ ਜਿਹੜੇ ਬੰਦੇ ਸੀ ਟਿਮ ਓਰੇਲੀ, ਇਸੇ ਨੇ ਹੀ ਵੈਬ 4.0 ਦੀ ਟਰਮ ਦਿੱਤੀ ਹੈ। ਤਾਂ ਇਹ ਜਿਵੇਂ ਪਿਛਲਾ ਕੁਐਸਚਨ ਪੁੱਛ ਲਿਆ ਉਹਨੇ, ਕਹਿੰਦਾ ਵੈਬ 2.0 ਕਿਹਨੇ ਪੋਪੂਲਰਾਈਜ਼ ਕੀਤੀ ਸੀ, ਤਾਂ ਡੇਲ ਡੌਕਟੀ ਹੈ ਨਾ, ਡੀ ਆਨਸਰ ਹੈ ਇਹਦਾ। ਸੋ ਇੱਥੋਂ ਤਾਂ ਕੁਐਸਚਨ ਤਾਂ ਆਪਣਾ ਇੱਥੋਂ ਹੀ ਸੋਲਵ ਹੋ ਗਿਆ। ਬਟ ਇਹਦੇ ਤੇ ਹੋਰ ਵੀ ਕੁਐਸਚਨ ਪੁੱਛੂਗਾ ਆਪਣੇ ਤੋਂ, ਕੀ ਪੁੱਛ ਸਕਦਾ ਮੈਂ ਸਾਰੇ ਦੱਸ ਦਿੰਦਾ, ਠੀਕ ਹੈ। ਪਹਿਲੀ ਜਿਹੜੀ ਵੈਬ ਸੀ ਇਹ ਸਟੈਟਿਕ ਵੈਬ ਸੀ, ਇਹਦੇ ਵਿੱਚ ਜੋ ਵੀ ਇਨਫੋਰਮੇਸ਼ਨ ਅਸੀਂ ਪਾ ਦਿੰਦੇ ਸੀ ਉਹੀ ਸਾਨੂੰ ਡਿਸਪਲੇ ਹੁੰਦੀ ਸੀ। ਤੇ ਹੁਣ ਵੀ ਅੱਜ ਕੱਲ੍ਹ ਕਈ ਵਾਰੀ ਵੈਬਸਾਈਟਾਂ ਖੁੱਲ੍ਹਦੀਆਂ ਨੇ ਜਿਹਦੇ ਵਿੱਚ ਕੋਈ ਹਾਈਪਰ ਲਿੰਕ ਨਹੀਂ ਲੱਗਿਆ ਹੁੰਦਾ, ਜਸਟ ਇੱਕ ਇਨਫੋਰਮੇਸ਼ਨ ਬਲੈਕ ਐਂਡ ਵਾਈਟ ਜੀ ਲੱਗਦੀ ਆ, ਉਹ ਸਾਨੂੰ ਊਂ ਹੀ ਲੱਗਦੀ ਆ ਗੰਦ ਜੀ, ਪੜ੍ਹਨ ਨੂੰ ਵੀ ਜੀ ਨਹੀਂ ਕਰਦਾ। ਵੈਸੇ ਚਲੋ ਇਹਦਾ ਨਹੀਂ ਕਹਿਣਾ ਚਾਹੀਦਾ, ਮੈਂ ਗਲਤ ਜਿਹਾ ਸ਼ਬਦ ਵਰਤ ਗਿਆ, ਪੜ੍ਹਨ ਲਈ ਤਾਂ ਮਟੀਰੀਅਲ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਗੰਦੀ ਜੀ ਵੈਬਸਾਈਟ ਕਹਿ ਸਕਦੇ ਹਾਂ, ਇਹ ਥੋੜ੍ਹਾ ਜਿਹਾ ਠੀਕ ਲੱਗਦਾ, ਗੰਦ ਜਿਹਾ ਗਲਤ ਲੱਗਦਾ ਨਾ। ਸੋ ਸਟੈਟਿਕ ਜਿਹੜੀ ਹੈ ਉਹਦੇ ਵਿੱਚ ਜਸਟ ਇਨਫੋਰਮੇਸ਼ਨ ਸ਼ੋ ਹੁੰਦੀ ਸੀ, ਜਿਹੜੀ ਡਾਇਨਾਮਿਕ ਹੈ ਇਹ ਚੇਂਜ ਹੁੰਦੀ ਸੀ ਸਮੇਂ ਦੇ ਨਾਲ। ਸਟੈਟਿਕ ਇੱਕ ਵਾਰੀ ਇਨਫੋਰਮੇਸ਼ਨ ਪਾਤੀ ਚੇਂਜ ਨਹੀਂ ਹੁੰਦੀ ਸੀ, ਤੇ ਇਹ ਦੋਨੋਂ ਦੀਆਂ ਡਾਇਨਾਮਿਕ ਨੇ। 4 ਵਾਲੀ ਵੀ ਡਾਇਨਾਮਿਕ ਹੈ। ਪਹਿਲੀ ਰੀਡੇਬਲ ਸੀ, ਥੋੜੇ ਜਿਹੇ ਬੰਦੇ ਕੰਟੈਂਟ ਕ੍ਰੀਏਟਰ ਹੁੰਦੇ ਸੀਗੇ, ਉਹੀ ਕੀ ਕਰਦੇ ਸੀ, ਕੰਟੈਂਟ ਪਾ ਸਕਦੇ ਸੀ, ਦੂਜੇ ਬੰਦੇ ਰੀਡ ਕਰਦੇ ਸੀ, ਕੁਝ ਵੀ ਕਮੈਂਟ ਨਹੀਂ ਕਰ ਸਕਦੇ ਸੀ, ਲਾਈਕ ਨਹੀਂ ਕਰ ਸਕਦੇ ਸੀ, ਸ਼ੇਅਰ ਨਹੀਂ ਕਰ ਸਕਦੇ, ਕੁਝ ਇੰਟਰੈਕਟ ਨਹੀਂ ਕਰ ਸਕਦੇ ਸੀ ਵੈਬ 1.0 ਦੇ ਵਿੱਚ। 2 ਦੇ ਵਿੱਚ ਰੀਡੇਬਿਲਿਟੀ ਵੀ ਆ ਗਈ, ਰੀਡੇਬਿਲਿਟੀ ਤਾਂ ਸੀਗੀ, ਰਾਈਟੇਬਿਲਿਟੀ ਆ ਗਈ, ਤੁਸੀਂ ਲਿਖਣਾ ਕਮੈਂਟ ਨਹੀਂ ਕਰ ਦਿੰਦੇ ਆਪਾਂ ਫੇਸਬੁੱਕ ਤੇ, ਫੇਸਬੁੱਕ ਕੀ ਹੈ ਵੈਬ 2.0 ਹੈ। ਇੰਸਟਾਗ੍ਰਾਮ, ਜਿੰਨੀਆਂ ਵੀ ਸਾਰੀਆਂ ਐਪ ਨੇ ਇਹ ਕੀ ਨੇ, ਵੈਬ 2.0 ਨੇ। ਤਾਂ ਰੀਡੇਬਲ ਤੇ ਰਾਈਟੇਬਲ ਆ ਗਿਆ, ਤਾਂ ਹੀ ਇਹਨੂੰ ਸੋਸ਼ਲ ਵੈਬ ਤੇ ਕੋਲੈਬੋਰੇਟਿਵ ਵੈਬ ਕਿਹਾ ਜਾਂਦਾ। ਇਹ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇੱਥੋਂ ਹੀ ਕੁਐਸਚਨ ਪੁੱਛੂਗਾ, ਜੇ ਪੁੱਛਿਆ ਤਾਂ ਹੀ ਮੈਂ ਹਾਈਲਾਈਟ ਕੀਤੇ ਨੇ। ਪਹਿਲੀ ਨੂੰ ਸਿੰਪਲ ਤੇ ਪੈਸਿਵ ਬੋਲਦੇ ਸੀ, ਇਹਨੂੰ ਐਕਟਿਵ ਵੈਬ ਵੀ ਬੋਲਦੇ ਨੇ, ਸੋਸ਼ਲ ਵੀ ਬੋਲਦੇ ਨੇ, ਤੇ ਕੋਲੈਬੋਰੇਟਿਵ ਵੈਬ ਵੀ ਬੋਲਿਆ ਜਾਂਦਾ। ਤੇ ਜਿਹੜੀ ਵੈਬ 3.0 ਆ ਇਹਦੇ 'ਚ ਰੀਡੇਬਲ, ਰਾਈਟੇਬਲ ਤੇ ਐਗਜ਼ੀਕਿਊਟੇਬਲ। ਐਗਜ਼ੀਕਿਊਟ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਬਣਾ ਕੇ ਚਲਾਉਣਾ। ਜੇ ਮੰਨ ਲਓ ਤੁਸੀਂ ਨਵਾਂ ਮੋਟਰਸਾਈਕਲ ਆਪ ਬਣਾਤਾ ਤੇ ਉਹਨੂੰ ਸਟਾਰਟ ਜਦੋਂ ਕਰ ਦਿਓਗੇ ਲੋਕਾਂ ਕੋਲੇ ਵਗ ਗਿਆ, ਉਹ ਐਗਜ਼ੀਕਿਊਟ ਕਰਤਾ। ਕੰਪਿਊਟਰ ਦੇ ਵਿੱਚ ਕੋਈ ਪ੍ਰੋਗਰਾਮ ਅਸੀਂ ਇੰਸਟਾਲ ਕਰ ਰਹੇ ਹਾਂ, ਉਹਨੂੰ ਕੀ ਕਰ ਰਹੇ ਹਾਂ ਆਪਾਂ, ਐਗਜ਼ੀਕਿਊਟ ਕਰ ਰਹੇ ਹਾਂ, ਹੈ ਨਾ। ਤਾਂ ਵੈਬ 1.0 ਦੇ ਵਿੱਚ ਸਟੈਟਿਕ ਪੈਸਿਵ ਵੈਬ ਸੀ। 2.0 ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਕੰਟੈਂਟ ਕ੍ਰੀਏਟਰ ਬਣਾਤਾ, ਜਿਵੇਂ YouTube ਤੇ ਮੈਂ ਕੰਟੈਂਟ ਕ੍ਰੀਏਟਰ ਬਣ ਗਿਆ, ਤੁਸੀਂ ਕਮੈਂਟ ਕਰਨ ਲੱਗ ਗਏ, ਤੁਸੀਂ ਮੇਰੇ ਨਾਲ ਅੰਗੇਜ ਹੋ ਗਏ, ਹੈ ਨਾ। ਸੋ ਇਹੀ ਹੈ ਵੀ ਲੋਕਾਂ ਦੀ ਪਾਰਟੀਸਪੇਸ਼ਨ ਵਧੀ ਵੈਬ 2.0 ਦੇ ਵਿੱਚ। ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਜਿੰਨੀਆਂ ਵੀ ਐਪ ਨੇ ਸਾਰੀਆਂ ਵੈਬ 2.0 ਦੇ ਵਿੱਚ ਆਉਂਦੀਆਂ ਨੇ। ਤੇ 3.0 ਦੇ ਵਿੱਚ ਹੋਰ ਜ਼ਿਆਦਾ ਕੁਝ ਚੇਂਜਸ ਹੋਈਆਂ ਕਿ ਤੁਸੀਂ ਵੈਬਸਾਈਟਾਂ ਦੀ ਬੈਕ ਐਂਡ ਦੀ ਟੈਕਨੋਲੋਜੀ ਨੂੰ ਚੇਂਜ ਕਰ ਸਕਦੇ ਸੀ। ਜਿਵੇਂ ਅੱਜ ਕੱਲ੍ਹ ਚੱਲ ਰਿਹਾ ਹੈਗਾ ਨਾ, ਉਹ ਬਿਟਕੋਇਨ ਚੱਲ ਰਿਹਾ, ਕ੍ਰਿਪਟੋ ਕਰੰਸੀ। ਕ੍ਰਿਪਟੋ ਕਰੰਸੀ ਕਿਹਨੇ ਬਣਾਈ ਹੈ, ਲੋਕਾਂ ਨੇ ਬਣਾਈ ਹੈ ਨਾ, ਸਰਕਾਰ ਨੇ ਥੋੜ੍ਹਾ ਬਣਾਈ ਹੈ। ਉਹਨਾਂ ਨੇ ਕੀ ਕੀਤਾ, ਪੂਰੀ ਦੀ ਪੂਰੀ ਇੰਟਰਨੈਟ ਨੂੰ ਚੇਂਜ ਕਰਤਾ ਕਿ ਉਹ ਵਾਲੀ ਕਰੰਸੀ ਜਿਹੜੀ ਤੁਹਾਡੇ ਹੱਥ 'ਚ ਹੀ ਨਹੀਂ ਹੈਗੀ। ਬਿਟਕੋਇਨ ਹੈ 2009 'ਚ ਬਣਿਆ ਪਹਿਲੀ ਵਾਰੀ, ਪਹਿਲੀ ਕ੍ਰਿਪਟੋ ਕਰੰਸੀ ਸੀ। ਤੇ ਉਹਦਾ ਰੇਟ ਹੈ ਜਿਹੜਾ 40-45 ਲੱਖ ਵੀ ਹੋ ਚੁੱਕਿਆ, ਹੁਣ ਵੀ 22-23 ਲੱਖ ਤਾਂ ਹੋਊਗਾ, ਹੈ ਨਾ। ਤਾਂ ਉਹਦੇ ਨਾਲ ਪੂਰੀ ਟੈਕਨੋਲੋਜੀ, ਜੇ ਇੰਟਰਨੈਟ ਨੇ ਟੈਕਨੋਲੋਜੀ ਪ੍ਰੋਵਾਈਡ ਕੀਤੀ, ਸਿਕਿਉਰਿਟੀ ਪ੍ਰੋਵਾਈਡ ਕੀਤੀ, ਤਾਂ ਉਹ ਵੈਬ 3.0 ਦਾ ਹੀ ਕਮਾਲ ਸੀ। ਜਿਹਦੇ ਵਿੱਚ ਆਪਾਂ 3D ਵਿਜ਼ੂਅਲ ਦੇਖਦੇ ਹਾਂ, ਕੋਈ ਵੀਡੀਓ ਦੇਖਦੇ ਹੁੰਦੇ ਆਪਾਂ, ਕੋਈ ਮਗਰਮੱਛ ਜਾਂ ਪੂਛ ਜੀ ਬਾਹਰ ਕੱਢ ਲੈਂਦਾ, ਆਪਾਂ ਨੂੰ ਲੱਗਦਾ ਵੀ ਲੈ ਵੀ ਥੱਲੇ ਆ ਗਿਆ, ਗੱਡੀ ਬਾਹਰ ਆ ਗਈ। ਉਹ ਕੀ ਨੇ, 3D ਵਿਜ਼ੂਅਲਸ ਨੇ। ਉਹ ਸਾਰੇ ਕਾਹਦੇ ਵਿੱਚ ਨੇ, ਵੈਬ 3.0 ਦੇ ਵਿੱਚ ਨੇ। ਤਾਂ ਵੈਬ 3.0 ਸਾਨੂੰ ਐਗਜ਼ੀਕਿਊਟੇਬਲ ਦੀ ਪ੍ਰੋਵੀਜ਼ਨ ਵੀ ਦਿੰਦਾ ਵੀ ਤੁਸੀਂ ਨਵੀਂ ਚੀਜ਼ ਬਣਾਓ ਤੇ ਉਹਨੂੰ ਐਗਜ਼ੀਕਿਊਟ ਕਰੋ। ਇਹਦਾ ਮਤਲਬ ਸੀਗਾ, ਪਹਿਲੇ ਦਾ ਪਰਪਸ ਸੀਗਾ ਇਨਫੋਰਮੇਸ਼ਨ ਸ਼ੇਅਰਿੰਗ, ਦੂਜੇ ਦਾ ਪਰਪਸ ਸੀਗਾ ਇੰਟਰੈਕਸ਼ਨ, ਤੀਜੇ ਦਾ ਮੇਨ ਮੋਟਿਵ ਸੀਗਾ ਇਮਰਸ਼ਨ ਕਹਿ ਲਓ। ਇਮਰਸ਼ਨ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਕੰਪਲੀਟਲੀ ਇਨਵੋਲਵ ਕਰ ਲੈਣਾ, ਇਹਨੂੰ ਇਮਰਸ਼ਨ ਬੋਲਦੇ ਆ। ਤਾਂ ਇਹਦੇ ਵਿੱਚ ਕੰਟੈਂਟ ਬਾਅਦ ਓਨਡ, ਇੱਕੋ ਹੀ ਬੰਦਾ ਓਨਰ ਸੀ, ਉਹਦਾ ਆਪਣਾ ਕੰਟੈਂਟ ਸੀ, ਇਹਦੇ 'ਚ ਸ਼ੇਅਰਡ ਕੰਟੈਂਟ ਹੋ ਗਿਆ। ਹੁਣ ਤੁਸੀਂ ਮੇਰੀਆਂ ਵੀਡੀਓ ਦੇਖ ਰਹੇ ਹੋ,
ਹੁਣ ਇੱਥੇ ਤਾਂ ਕੋਈ ਨਹੀਂ ਗਾ ਰੂਲ ਵੀ ਮੈਂ ਹੀ ਵੀਡੀਓ ਬਣਾ ਸਕਦਾ, ਤੁਸੀਂ ਕਿਸੇ ਸਬਜੈਕਟ ਤੇ ਬਣਾ ਸਕਦੇ ਹੋ, ਤੁਸੀਂ ਆਡੀਓ ਵੀ ਬਣਾ ਸਕਦੇ ਹੋ, ਹਨਾ। ਆਡੀਓ ਤੋਂ ਗੱਲ ਯਾਦ ਆ ਗਈ ਮੈਨੂੰ, ਆਪਣਾ ਆਡੀਓ ਪਲੇਟਫਾਰਮ ਵੀ ਹੈਗਾ ਜਿਹਦੇ ਵਿੱਚ ਆਪਾਂ ਹਿਸਟਰੀ ਡਿਸਕਸ ਕੀਤੀ ਹੋਈ ਹੈ, ਕੰਪਿਊਟਰ ਦਾ ਵੀ ਸਾਰੀ ਥਿਊਰੀ ਮੈਂ ਆਡੀਓ ਫਾਰਮ 'ਚ ਕਰਾਈ ਹੈ। ਸੋ ਉੱਥੇ ਜੁਆਇਨ ਕਰ ਸਕਦੇ ਹੋ, ਉੱਥੇ ਤੁਹਾਨੂੰ ਫਾਇਦਾ ਮਿਲ ਸਕਦਾ। ਮਾੜਾ ਮੋਟਾ ਕਦੇ ਕਦੇ ਨੋਟਸ ਵੀ ਪਾ ਦੇਈਦੇ ਹੈ ਨਾ, ਕੋਈ ਕੁਐਸਚਨ ਚਾਹੀਦੇ ਹੁੰਦੇ ਆ। ਅਗਲਾ, ਕੰਟੈਂਟ ਵਿਲ ਬੀ ਕਲੈਕਟਿਵਲੀ ਐਂਡ ਸ਼ੇਅਰਡ। ਕੰਟੈਂਟ ਹੈ ਜਿਹੜਾ ਕਲੈਕਟਿਵ ਵੀ ਹੈ ਤੇ ਕਲੈਕਟਿਵਲੀ ਓਨਡ ਵੀ ਕਰ ਸਕਦੇ ਆ ਇਹਦੇ 'ਚ, ਤੇ ਸ਼ੇਅਰ ਵੀ ਕਰ ਸਕਦੇ ਆ। ਤੇ ਜਿਵੇਂ ਆਹ ਪਹਿਲੀ ਸਿੰਪਲ ਤੇ ਪੈਸਿਵ ਵੈਬ ਸੀ, ਆ ਸੋਸ਼ਲ ਤੇ ਕੋਲੈਬੋਰੇਟਿਵ ਜਾਂ ਐਕਟਿਵ ਵੈਬ ਸੀ, ਆ ਕੀ ਹੈ ਸਿਮੈਂਟਿਕ ਵੈਬ ਹੈ। ਦੇਖੋ ਇਹ ਕੁਐਸਚਨ ਪੁੱਛਣ ਦੇ ਅਸਾਰ ਬਹੁਤ ਜ਼ਿਆਦਾ ਨੇ। ਸਿਮੈਂਟਿਕ ਦਾ ਮਤਲਬ ਹੁੰਦਾ ਮੀਨਿੰਗ। ਜਿਵੇਂ ਹੁਣ ਆਪਾਂ ਕਹਿ ਦਈਏ ਵੈਬ 1 ਤੇ 2.0 ਦੇ ਵਿੱਚ ਆਪਾਂ ਕੋਈ ਸਰਚ ਕਰਦੇ ਹਾਂ, ਮੈਂ ਸਰਚ ਮਾਰ ਰਿਹਾ ਪੰਜਾਬੀ ਕਲਚਰ, PUNJABI ਪੰਜਾਬੀ ਕਲਚਰ, ਤਾਂ ਜਿੱਥੇ ਜਿੱਥੇ ਸ਼ਬਦ ਪੰਜਾਬੀ ਕਲਚਰ ਮੈਚ ਕਰ ਗਿਆ 1.0 ਨੇ ਤੇ 2.0 ਨੇ ਉਹੀ ਰਿਜ਼ਲਟ ਦੇਣਾ। ਬਟ 3.0 ਕੀ ਕਹਿੰਦਾ, ਇਹਦਾ ਮੀਨਿੰਗ ਸਮਝਦਾ। ਹੁਣ ਪੰਜਾਬੀ ਕਲਚਰ ਦਾ ਮੀਨਿੰਗ ਪੰਜਾਬੀ ਸੱਭਿਆਚਾਰ ਵੀ ਹੈ, ਕਿਸੇ ਖਿੱਤੇ ਦੇ ਲੋਕਾਂ ਦਾ ਰਹਿਣ ਸਹਿਣ ਵੀ ਆਪਾਂ ਕਹਿ ਸਕਦੇ ਹਾਂ। ਸੱਭਿਆਚਾਰ ਤੇ ਕਿਸੇ ਖਿੱਤੇ ਦੇ ਲੋਕਾਂ ਦਾ ਰਹਿਣ ਸਹਿਣ, ਇਸ ਮੀਨਿੰਗ ਸਮਝ ਕੇ ਸਾਰੇ ਚੀਜ਼ਾਂ ਨੂੰ ਕੱਢ ਲਓ। ਪੰਜਾਬੀ ਸੱਭਿਆਚਾਰ ਨੂੰ ਵੀ ਕੱਢੂਗਾ, ਕਿਸੇ ਖਿੱਤੇ ਦੇ ਲੋਕਾਂ ਦਾ ਰਹਿਣ ਸਹਿਣ ਨੂੰ ਵੀ ਕੱਢੂਗਾ, ਤਾਂ ਫਿਰ ਇਹ ਜ਼ਿਆਦਾ ਵਧੀਆ ਨਹੀਂ ਹੋ ਗਿਆ। ਤਾਂ ਸਿਮੈਂਟਿਕ ਬੇਸਡ ਹੈ, ਗੱਲ ਯਾਦ ਰੱਖਣੀ ਹੈ, ਠੀਕ ਹੈ। ਇਹਦੇ ਤੇ ਬਹੁਤ ਕੁਐਸਚਨ ਪੁੱਛੇ ਗਏ ਨੇ ਤੇ ਪੁੱਛੇ ਜਾਣਗੇ। ਤਾਂ ਇਹ ਸੀਗਾ ਡੀ ਆਨਸਰ। ਅਗਲਾ, A piece of icon or image on web page associated with another web page is called। ਦੇਖੋ ਇਹ ਵੀ ਬਹੁਤ ਤਕੜੀ ਚੀਜ਼ ਹੈ, ਇਸ ਨੂੰ ਅਸੀਂ ਬੋਲਦੇ ਹਾਂ ਹਾਈਪਰ ਲਿੰਕ। ਮੈਂ ਦੱਸਦਾ ਤੁਹਾਨੂੰ, ਜਿਵੇਂ ਹੁਣ ਆਹ ਵੈਬਸਾਈਟ ਹੈ, ਵਿਕੀਪੀਡੀਆ ਦਾ ਪੇਜ ਹੈ। ਹੁਣ ਆਪਾਂ ਇੱਥੇ ਜਿੱਥੇ ਜਿੱਥੇ ਨੀਲੀ ਜੀ ਟੈਕਸਟ ਬਣੀ ਹੋਈ ਹੈ, ਨੀਲੇ ਜਿਹੇ ਅੱਖਰ ਬਣੇ ਹੋਏ ਨੇ, ਇੱਥੇ ਇਹ ਤਾਂ ਚਲੋ ਮੈਂ ਫੋਟੋ ਲਾਈ ਹੋਈ ਹੈ, ਜਦੋਂ ਆਪਾਂ ਇੱਥੇ ਮਾਊਸ ਲਿਜਾਉਂਦੇ ਹਾਂ ਤਾਂ ਹੱਥ ਜਿਹਾ ਬਣ ਜਾਂਦਾ। ਇਹਦਾ ਮਤਲਬ ਜਦੋਂ ਅਸੀਂ ਇੱਥੇ ਕਲਿੱਕ ਕਰਾਂਗੇ ਇਹ ਸਾਨੂੰ ਹੋਰ ਪੇਜ ਤੇ ਲੈ ਜਾਂਦਾ। ਇਹ ਹੋਰ ਪੇਜ ਦਾ ਲਿੰਕ ਹੈ। ਕੀ ਆਪਣੇ ਕੋਲੇ ਬੁੱਕ 'ਚ ਹੁੰਦਾ ਐਵੇਂ, ਜਿਹੜੀ ਕਿਤਾਬ ਪੜ੍ਹਦੇ ਹੁੰਦੇ ਆਪਾਂ ਲਾਇਬ੍ਰੇਰੀ 'ਚੋਂ ਲਿਆ ਕੇ, ਵੀ ਉੱਥੇ ਕਿਤੇ ਟੈਕਸਟ ਤੇ ਅਸੀਂ ਕਲਿੱਕ ਜਾ ਕਰੀਏ, ਹੱਥ ਜਾ ਬਣ ਜੇ ਤੇ ਉੱਥੇ ਕਲਿੱਕ ਕਰੇ ਤੇ 19ਵੇਂ ਪੇਜ ਤੇ ਲੈ ਜੇ? ਨਹੀਂ ਹੁੰਦਾ। ਤਾਂ ਬੁੱਕ ਦਾ ਜਿਹੜਾ ਸਟਰਕਚਰ ਹੁੰਦਾ ਉਹ ਲੀਨੀਅਰ ਸਟਰਕਚਰ ਹੁੰਦਾ ਤੇ ਇੰਟਰਨੈਟ ਦਾ ਸਟਰਕਚਰ ਹੁੰਦਾ ਨੌਨ ਲੀਨੀਅਰ। ਤੇ ਇਸ ਵਾਲੀ ਚੀਜ਼ ਨੂੰ ਅਸੀਂ ਬੋਲ ਦਿੰਦੇ ਹਾਂ ਹਾਈਪਰ ਲਿੰਕ। ਤਾਂ ਇਹੀ ਪੁੱਛ ਰਿਹਾ ਉਹ, ਕਹਿੰਦਾ ਪੀਸ ਆਫ ਆਈਕਨ ਔਰ ਇਮੇਜ, ਫੋਟੋ ਵੀ ਹੋ ਸਕਦੀ ਹੈ, ਔਨ ਏ ਵੈਬ ਪੇਜ ਐਸੋਸੀਏਟਡ ਵਿਦ ਅਨਦਰ ਵੈਬ ਪੇਜ। ਤਾਂ ਇੱਥੇ ਕਲਿੱਕ ਕਰਾਂਗੇ ਦੂਜੇ ਵੈਬ ਪੇਜ ਤੇ ਲੈ ਕੇ ਜਾਊਗਾ। ਆਹ ਚੀਜ਼ ਦੂਜੇ ਪੇਜ ਤੇ ਆਹ ਲਿਖਿਆ ਹੋਇਆ ਨਾਲ ਨਾਲ ਆ ਗਿਆ ਉੱਭਰ ਕੇ, ਤਾਂ ਇਹਨੂੰ ਅਸੀਂ ਬੋਲ ਦਿੰਦੇ ਹਾਂ ਹਾਈਪਰ ਲਿੰਕ। ਯਾਦ ਰੱਖਣੀ ਹੈ ਗੱਲ, ਠੀਕ ਹੈ। ਤਾਂ ਅੱਗੇ ਕੁਐਸਚਨ ਹੈਗਾ, ਦ ਅਰਲੀ ਇੰਟਰਨੈਟ ਦੈਟ ਓਨਲੀ ਅਲਾਉਜ਼ ਪੀਪਲ ਟੂ ਰੀਡ ਫਰੋਮ ਦੀ ਇੰਟਰਨੈਟ। ਜਿਹੜਾ ਕਹਿੰਦਾ ਲੋਕਾਂ ਨੂੰ ਸਿਰਫ ਪੜ੍ਹਨ ਹੀ ਅਲਾਉ ਕਰਦਾ ਸੀ, ਉਹ ਕੀ ਸੀਗਾ? ਵੈਬ 1.0। ਬੜਾ ਸੌਖਾ ਹੈ, ਹੁਣ ਥੋੜੀ ਫਸਾਂਗੇ। ਮੈਂ ਤੁਹਾਨੂੰ ਚੰਗੀ ਤਰ੍ਹਾਂ ਕਰਾ ਚੁੱਕਿਆ ਰੀਡ ਓਨਲੀ। ਤਾਂ ਆਨਸਰ ਹੈਗਾ ਏ। ਅਗਲਾ, ਦਿਸ ਇਜ਼ ਅਬਾਊਟ ਯੂਜ਼ਰ ਜਨਰੇਟਡ ਕੰਟੈਂਟ ਐਂਡ ਰੀਡ ਰਾਈਟ ਵੈਬ। ਕਹਿੰਦਾ ਯੂਜ਼ਰ ਕੰਟੈਂਟ ਜਨਰੇਟ ਕਰ ਸਕਦਾ ਤੇ ਰੀਡ ਰਾਈਟ ਕਿਹੜਾ? ਵੈਬ 2.0। ਤਾਂ ਵੈਬ 2.0 ਹੈ ਨਾ, ਇਹ ਆਪਾਂ ਕਰਾ ਚੁੱਕੇ ਹਾਂ। ਅਗਲਾ ਕੁਐਸਚਨ ਹੈ, ਕਹਿੰਦਾ ਵਾਟ ਇਜ਼ ਵੈਬ ਬਰਾਊਜ਼ਰ। ਵੈਬ ਬਰਾਊਜ਼ਰ ਕੀ ਹੈ? ਆਪਾਂ ਨੂੰ ਪਤਾ ਇੱਕ ਬਰਾਊਜ਼ਰ ਸੌਫਟਵੇਅਰ ਹੈ, ਕੰਪਿਊਟਰ ਦੇ ਵਿੱਚ ਇੰਸਟਾਲ ਕੀਤਾ ਜਾਂਦਾ ਹੈ, ਜਿਹਦੀ ਹੈਲਪ ਦੇ ਨਾਲ ਆਪਾਂ ਪੇਜ ਖੋਲ ਸਕਦੇ ਹਾਂ, ਇੰਟਰਨੈਟ ਤੋਂ ਡੇਟਾ ਐਕਸੈਸ ਕਰ ਸਕਦੇ ਹਾਂ, ਹੈ ਨਾ। ਰਿਸੋਰਸ ਇੰਟਰਨੈਟ ਤੇ ਡੇਟਾ ਰਿਸੋਰਸ ਕੁਝ ਵੀ ਹੁੰਦਾ। ਰਿਸੋਰਸ ਕੀ ਹੁੰਦੇ ਨੇ? ਸਾਧਨ। ਤਾਂ ਵੀਡੀਓ ਵੀ ਇੱਕ ਸਾਧਨ ਹੈ, ਆਡੀਓ ਵੀ ਸਾਧਨ ਹੈ, ਟੈਕਸਟ ਵੀ ਸਾਧਨ ਹੈ ਨਾ, ਫੋਟੋਆਂ ਵੀ ਇੱਕ ਸਾਧਨ ਹੈ। ਰਿਸੋਰਸ 'ਚ ਨਾ ਉਲਝਿਆ ਕਰੋ। ਹੁਣ ਆਪਾਂ ਦੇਖਦੇ ਹਾਂ, ਕਿਉਂਕਿ ਇਹ 'ਚ ਆਲ ਆਫ ਦੀ ਮੈਂਸ਼ਨ ਵੀ ਹੈਗਾ। ਜ਼ਰੂਰੀ ਨਹੀਂ ਹੈਗਾ ਵੀ ਇਹੀ ਆਨਸਰ ਹੋਊ। ਜ਼ਿਆਦਾਤਰ ਇਹ ਮਿੱਥ ਬਣਾਈ ਜਾਂਦੀ ਹੈ ਵੀ ਯਾਰ ਜਿੱਥੇ ਨਾ ਪਤਾ ਲੱਗੇ ਆਲ ਆਫ ਦੀ ਵਬ ਲਾ ਦਿਓ। ਮੈਨੂੰ ਤਾਂ ਨਹੀਂ ਬਾਹਲੀ ਠੀਕ ਲੱਗਦੀ ਇਹ ਗੱਲ। ਹਾਂ ਪੜ੍ਹੋ, ਜੇ ਡਾਊਟ ਹੁੰਦਾ ਫਿਰ ਲਾ ਦਿਓ, ਕਿਉਂਕਿ ਨੈਗੇਟਿਵ ਮਾਰਕਿੰਗ ਦੇ ਵਿੱਚ ਤਾਂ ਫਿਰ ਐਵੇਂ ਬੰਦੇ ਨੂੰ ਮੂੰਹ ਦੀ ਖਾਣੀ ਪੈ ਜਾਂਦੀ ਹੈ, ਨੰਬਰ ਪਿੱਛੇ ਚਲੇ ਜਾਂਦੇ ਨੇ। ਮੇਰੇ ਨਾਲ ਅੱਜ ਵੀ ਸਟੂਡੈਂਟ ਗੱਲ ਕਰ ਰਹੇ ਸੀ ਵੀ ਕਿਵੇਂ ਅਟੈਂਪਟ ਕਰਨਾ ਚਾਹੀਦਾ। ਮੈਂ ਹਮੇਸ਼ਾ ਇਹੀ ਬੋਲਦਾ ਵੀ ਕੈਲਕੂਲੇਟਡ ਰਿਸਕ ਲੈਣਾ ਚਾਹੀਦਾ। ਕੈਲਕੂਲੇਟਡ ਰਿਸਕ ਕੀ ਹੁੰਦਾ? ਸਪੋਜ਼ ਕਰੋ 100 ਕੁਐਸਚਨ ਸੀਗੇ ਪੇਪਰ ਦੇ ਵਿੱਚ, ਤੁਹਾਨੂੰ ਪਤਾ ਲੱਗ ਗਿਆ ਵੀ 50 ਦੇ ਜਿਹੜੇ ਪੱਕੇ ਨੇ ਇਹਨਾਂ ਨੂੰ ਕੋਈ ਹਿਲਾ ਨਹੀਂ ਸਕਦਾ, ਪਰ ਆਪਾਂ ਨੂੰ ਇਹ ਵੀ ਪਤਾ ਯਾਰ 50 ਕਰਕੇ ਥੋੜੀ ਛੱਡ ਕੇ ਆਵਾਂਗੇ, ਵੀ ਮੈਰਿਟ ਹੈ 70 ਤੇ ਜਾਂਦੀ ਹੈ ਘੱਟੋ ਘੱਟ। ਤਾਂ ਹੁਣ ਪਿਛਲੇ 50 ਕੁਐਸਚਨ ਰਹਿ ਗਏ। ਹੁਣ ਸੋਚਦੇ ਹੋ ਵੀ ਜੇ ਤੁੱਕੇ ਲਾਵਾਂਗੇ ਤਾਂ ਨੈਗੇਟਿਵ ਚਲੇ ਜਾਵਾਂਗੇ। ਤਾਂ ਤੁਸੀਂ ਇਹਨਾਂ ਦੇ ਵਿੱਚੋਂ ਵੀ ਦੇਖੋ ਨਾ ਵੀ 20 ਕੁਐਸਚਨ ਐਵੇਂ ਦੇ ਨੇ ਜਿਨ੍ਹਾਂ ਦੇ ਵਿੱਚੋਂ 50% ਸਾਨੂੰ ਪਤਾ, 2 ਆਪਸ਼ਨਾਂ ਨੇ A ਤੇ B, 2 ਆਪਸ਼ਨਾਂ ਚੋਂ ਕੋਈ ਵੀ ਹੋ ਸਕਦਾ। ਤੇ ਪਿਛਲੇ 10 ਕੁਐਸਚਨ ਤਾਂ ਐਵੇਂ ਦੇ ਹੀ ਨੇ, 100 ਪੈ ਗਿਆ ਤਾਂ ਹੈ ਨਾ 10।
ਜਿਨ੍ਹਾਂ ਦੇ ਵਿੱਚੋਂ 20 ਲੈ ਲਓ, ਚਲੋ ਹਾਂ 20 ਕੁਐਸਚਨ ਲੈ ਲਓ, 20 ਕੁਐਸਚਨ ਲੈ ਲਓ ਜਿਨ੍ਹਾਂ ਦਾ ਕੁਝ ਵੀ ਅਤਾ ਪਤਾ ਨਹੀਂ, ਇਹਨਾਂ ਨੂੰ ਛੱਡ ਦਿਓ, ਇਹਨਾਂ ਨੂੰ ਕੁਝ ਨਹੀਂ ਕਰਨਾ ਆਪਾਂ। ਤੇ ਜਿਹੜੇ ਆਹ 10 ਨੇ ਇਹਨਾਂ 'ਚ ਐਂ ਜੇ ਤਾਂ ਲੱਗਦਾ ਵੀ ਗੱਲ ਜੀ ਤਾਂ ਸੁਣੀ ਹੋਈ ਹੈ, ਪਰ ਯਾਰ ਆਨਸਰ ਨਹੀਂ ਪਤਾ ਕੀ ਇਹਦੇ 'ਚ। ਜਿਹੜੇ ਆਹ ਵਾਲੇ 20 ਨੇ ਇਹਨਾਂ ਨੂੰ ਆਪਾਂ ਜੋੜ ਲਈਏ, ਜੇ 20 ਦੀ ਥਾਂ 5 ਚੌਕਾ 20, ਜੇ 20 ਦੇ 20 ਗਲਤ ਹੋ ਗਏ ਤਾਂ ਮਿੱਤਰੋ 5 ਨੰਬਰ ਕੱਟੇ ਜਾਣਗੇ, ਹੈ ਨਾ, ਕਿਉਂਕਿ 1/4 ਹੀ ਹੁੰਦੀ ਹੈ ਨੈਗੇਟਿਵ। ਤੇ ਜੇ ਇਹਨਾਂ 'ਚੋਂ 20 ਦੇ ਵਿੱਚੋਂ 5 ਜਾਂ 6 ਵੀ ਠੀਕ ਹੋ ਗਏ, 6 ਠੀਕ ਹੋ ਗਏ ਤਾਂ ਫਿਰ ਇਹ ਬੈਲੈਂਸ ਕਰ ਦੇਣਗੇ। 6 ਨੰਬਰ ਆ ਗਏ, 14 ਦੀ ਨੈਗੇਟਿਵ ਹੋ ਜੂ, 14 ਦੀ ਨੈਗੇਟਿਵ 4 ਚੌਕਨ 16, 4 ਤੀਆ 12, 3 ਇੱਕ ਨੰਬਰ ਕੱਟੇ, 3 ਜੁੜ ਜਾਣਗੇ, 53 ਹੋ ਜਾਣਗੇ। ਤੇ ਜੇ 20 ਚੋਂ 18 ਠੀਕ ਹੋ ਗਏ ਤਾਂ 2 ਪਿੱਛੇ ਰਹਿ ਗਏ, ਤਾਂ ਫਿਰ ਨੰਬਰ ਕਿੰਨੇ ਘਟਣਗੇ? 18 ਦੇ ਵਿੱਚੋਂ 2 ਘਟਾ ਦਿਓ, ਸਿੱਧੇ ਇੱਕੋ ਹੀ ਘਟੂਗਾ, ਕਿਉਂਕਿ 2 ਹੀ ਕੁਐਸਚਨ ਹੀ 2 ਬੱਚੇ ਨੇ, 17 ਨੰਬਰ ਜੁੜ ਨਹੀਂ ਜਾਣਗੇ ਯਾਰ, 50 ਤੇ 60 ਤੇ 67 ਹੋ ਜਾਣਗੇ, ਹੈ ਨਾ। ਸੋ ਇਹ ਹੋ ਗਿਆ ਕੈਲਕੂਲੇਟਡ ਰਿਸਕ। ਰਿਸਕ ਲਓ ਪਰ ਰਿਸਕ ਸਾਡਾ ਇੰਨੀ ਮਾਰ ਨਾ ਕਰ ਜੇ। ਹੁਣ ਜੇ ਅਸੀਂ 50 ਦੇ 50 ਚੱਕ ਕੇ ਲਾਤੇ ਤੁੱਕਿਆਂ ਵਾਲੇ ਤਾਂ ਜੇ ਗਲਤ ਹੋ ਗਏ ਤਾਂ ਜਿਹੜੇ 50 ਜੋੜੇ ਉਹ ਵੀ ਉੱਡ ਜਾਣਗੇ। ਸੋ ਐਵੇਂ ਦਾ ਦਿਮਾਗ ਲਾਓ, ਤੁਸੀਂ ਇੰਨੀ ਤਿਆਰੀ ਕਰ ਰਹੇ ਹੋ, ਸਾਰਾ ਦਿਮਾਗ ਜਾਂ ਸਾਰੀ ਮਿਹਨਤ ਪੇਪਰ ਤੇ ਵੀ ਨਹੀਂ ਇਕੱਲੀ ਲਾਉਣੀ। ਉਹਦੇ ਲਈ OMR ਪਹਿਲਾਂ ਤੋਂ ਲੈ ਕੇ ਆਓ। ਜਿਹੜੀਆਂ ਗਲਤੀਆਂ ਕਰਦੇ ਹੋ, ਜੇ ਪੇਪਰ ਆਨਲਾਈਨ ਹੈ ਫਿਰ ਤਾਂ ਵੱਖਰੀ ਗੱਲ ਹੈ, ਜੇ ਗਲਤੀਆਂ ਹੁੰਦੀਆਂ ਨੇ ਤਾਂ ਉਹ ਗਲਤੀਆਂ ਪਹਿਲਾਂ ਹੀ ਕਰਕੇ ਹਟ ਜਾਓ। ਪੇਪਰ ਤੋਂ ਪਹਿਲਾਂ OMR ਲਿਆ ਕੇ ਗੋਲੇ ਗੋਲੇ ਭਰਨੇ ਸਿੱਖ ਲਓ, ਕੌਨਫੀਡੈਂਸ ਆ ਜਾਂਦਾ ਇਹਨਾਂ ਚੀਜ਼ਾਂ ਦੇ ਨਾਲ, ਠੀਕ ਹੈ। ਸੋ ਕੈਲਕੂਲੇਸ਼ਨਾਂ ਕਰਨੀਆਂ ਸਿੱਖ ਲਓ, ਜ਼ਿਆਦਾ ਤੋਂ ਜ਼ਿਆਦਾ ਫੁੱਲ ਲੈਂਥ ਟੈਸਟ ਹੈਗੇ ਨੇ ਜਿਹੜੇ ਉਹ ਸੋਲਵ ਕਰੋ। ਸੋ ਆਪਾਂ ਵੀ ਸੋਚ ਰਹੇ ਹਾਂ ਵੀ ਫੁੱਲ ਲੈਂਥ ਟੈਸਟ ਸੀਰੀਜ਼ ਸਟਾਰਟ ਕਰੀਏ, ਜਿਵੇਂ ਸਬਜੈਕਟ ਵਾਈਜ਼ ਆਪਾਂ, ਹੈ ਨਾ। ਸੋ ਉਸ ਚੀਜ਼ ਤੇ ਟਾਈਮ ਲੱਗੂਗਾ, ਹਜੇ ਆਪਾਂ ਐਵੇਂ ਨਹੀਂ, ਐਵੇਂ ਤਾਂ ਬਹੁਤ ਬੰਦੇ ਟੈਸਟ ਸੀਰੀਜ਼ ਬਣਾਈ ਜਾਂਦੇ ਨੇ, ਪਰ ਆਪਾਂ ਨੂੰ ਇਹ ਹੈ ਵੀ ਥੋੜੀ ਜਿਹੀ ਕੁਆਲਿਟੀ ਹੋਵੇ। ਐ ਨਾ ਹੋਵੇ ਵੀ ਯਾਰ ਉਹੀ ਚੱਕ ਕੇ ਕੁਐਸਚਨ, ਹੁਣ ਜਿਹੜੇ ਵੱਡੇ ਵੱਡੇ ਸੈਂਟਰਾਂ ਵਾਲੇ ਆ ਕਿ ਉਹਨਾਂ ਕੋਲ ਕੁਐਸਚਨ ਨਹੀਂ ਹੈ, ਬਹੁਤ ਕੁਐਸਚਨ ਹੈ ਤੇ ਉਹ ਰੱਖ ਦਿੰਦੇ ਆ ਪੈਸੇ ਥੋੜੇ ਜਿਹੇ, 200-400 500 ਚ ਕੋਈ ਬੰਦੇ 100 ਰੁਪਏ ਦੇ ਵਿੱਚ ਤੁਹਾਨੂੰ 5 ਟੈਸਟ ਦੇ ਰਿਹਾ, 20 ਰੁਪਏ ਦਾ ਟੈਸਟ ਦੇ ਰਿਹਾ, ਹੈ ਨਾ। ਇਹਦਾ ਮਤਲਬ ਕੀ ਹੈ, ਇੱਕ ਵਾਰੀ ਬਣਾ ਕੇ ਉਹੀ ਚਲਾਈ ਜਾਂਦੇ ਨੇ ਬੰਦੇ। ਤਾਂ ਆਪਾਂ ਬਣਾਵਾਂਗੇ ਵਧੀਆ। ਮੈਨੂੰ ਇਸ ਚੀਜ਼ ਤੇ ਵੀ ਕਮੈਂਟ ਕਰਕੇ ਦੱਸਿਓ। ਮੈਂ ਸੋਚ ਰਿਹਾ ਵੀ ਆਪਾਂ ਬੰਦੇ ਹਾਇਰ ਕਰੀਏ ਇਸ ਚੀਜ਼ ਦੇ ਬਾਰੇ, ਸਬਜੈਕਟ ਡੋਮੇਨ ਦੇ, ਜਿਵੇਂ ਆਪਣਾ ਕੰਪਿਊਟਰ ਸਾਇੰਸ ਹੈ ਉਵੇਂ ਹੀ ਸਬਜੈਕਟ ਦੇ ਜਿਹੜੇ ਬੰਦਿਆਂ ਦੇ ਆਪਦੇ ਫੀਲਡ ਦੇ ਵਿੱਚ ਚੰਗਾ ਕੰਮ ਕੀਤਾ ਹੋਇਆ, ਜਿਨ੍ਹਾਂ ਦੇ ਪੇਪਰ ਕਲੀਅਰ ਨੇ, ਤਾਂ ਉਹ ਬੰਦਿਆਂ ਤੋਂ ਆਪਾਂ ਕੁਐਸਚਨ ਹਾਇਰ ਕਰੀਏ ਤੇ ਕੁਐਸਚਨ ਬਣਾਈਏ ਤੇ ਫਿਰ ਆਪਾਂ ਟੈਸਟ ਸੀਰੀਜ਼ ਪ੍ਰੋਵਾਈਡ ਕਰਾਵਾਂਗੇ ਸਟੂਡੈਂਟਸ ਨੂੰ। ਤੇ ਉਹਦੀ ਥੋੜੀ ਬਹੁਤ ਜੇ ਫੀਸ ਹੋਈ 1000 1500 2000 ਰੁਪਇਆ 3000 ਜਿੰਨੀ ਵੀ ਹੋਈ ਆਪਾਂ ਰੱਖ ਲਾਂਗੇ, ਕਿਉਂਕਿ ਬੰਦਿਆਂ ਨੂੰ ਪੇ ਤਾਂ ਕਰਨਾ ਹੀ ਪਊਗਾ ਜਿਹੜੇ ਬੰਦੇ ਕੁਐਸਚਨ ਬਣਾਉਣਗੇ, ਹੈ ਨਾ। ਸੋ ਇਹ ਮੇਰਾ ਆਈਡੀਆ ਹੈ ਆਉਣ ਵਾਲੇ ਸਮੇਂ 'ਚ। ਪਰ ਇਹ ਆ ਵੀ ਫਿਰ ਉਹ ਟੈਸਟ ਸੀਰੀਜ਼ ਐਵੇਂ ਦੀ ਹੋਊਗੀ ਵੀ ਫਿਰ ਉਹ ਮਾਰ ਨਹੀਂ ਖਾਊਗਾ ਜਿਹੜਾ ਬੰਦਾ ਉਹ ਟੈਸਟ ਸੀਰੀਜ਼ ਲੈ ਜਾਊਗਾ। ਨਾਲੇ ਤਾਂ ਉਹਦੇ ਸਾਰੀ ਨੈਗੇਟਿਵ ਵਾਲੇ ਥੋਟ ਕਹਿ ਰਿਹਾ, ਡਾਊਟ ਨਿਕਲ ਜਾਣਗੇ ਸਾਰੇ। ਪ੍ਰਪੇਅਰ ਕਰਕੇ ਭੇਜਾਂਗੇ ਆਪਾਂ ਚੀਜ਼ਾਂ ਦੇ। ਟਾਈਮ ਜ਼ਰੂਰ ਲੱਗ ਜੂ, ਕੋਈ ਜਲਦਬਾਜ਼ੀ ਨਹੀਂ ਹੈ। ਹੋ ਸਕਦਾ ਕੋਈ ਬੰਦਾ ਮੇਰੀ ਵੀਡੀਓ ਦੇਖ ਕੇ ਕੋਈ ਚੈਨਲ ਆ ਹੋਰ ਆਈਡੀਆ ਕਾਪੀ ਕਰ ਦੇ, ਆਪਾਂ ਨੂੰ ਲੱਗਦਾ ਕਰ ਜੇ, ਕੋਈ ਚੱਕਰ ਨਹੀਂ। ਜਿੰਨਾ ਕੰਪੀਟੀਸ਼ਨ ਹੋਊਗਾ ਉਨੀ ਚੀਜ਼ ਜ਼ਿਆਦਾ ਚੱਲੂਗੀ। ਜਿੰਨੇ ਦੂਜੇ ਬੰਦੇ ਚੀਜ਼ਾਂ ਤੇ, ਮੈਂ ਤਾਂ ਚਾਹਣਾ ਵੀ ਬੰਦੇ ਪੈਸੇ ਲੈ ਰਹੇ ਆ, ਜਿਵੇਂ 1000 ਰੁਪਏ ਦੇ ਵਿੱਚ ਕੰਪਿਊਟਰ ਖਰੀਦ ਰਹੇ ਆ, ਤਾਂ ਕੁਆਲਿਟੀ ਤਾਂ ਦਿਓ ਯਾਰ ਘੱਟੋ ਘੱਟ, ਬੰਦਿਆਂ ਨੂੰ ਨੁਕਸਾਨ ਤਾਂ ਨਾ ਕਰੋ, ਹੈ ਨਾ। ਸੋ ਚਲੋ ਬੜਾ ਭਟਕ ਗਏ ਸੀ ਆਪਾਂ ਮੁੱਦੇ ਤੋਂ, ਵਾਪਸ ਆਉਣਿਆ। ਸੋ ਵੈਬ ਬਰਾਊਜ਼ਰ ਬਾਰੇ ਗੱਲ ਕਰ ਰਹੇ ਸੀ। ਇਹ ਪ੍ਰੋਗਰਾਮ ਦੈਟ ਕੈਨ ਡਿਸਪਲੇ ਇਹ ਵੈਬ ਪੇਜ, ਜਿਹੜਾ ਵੈਬ ਪੇਜ ਨੂੰ ਡਿਸਪਲੇ ਕਰਾਉਂਦਾ, ਬਿਲਕੁਲ ਗੱਲ ਠੀਕ ਹੈ। ਪ੍ਰੋਗਰਾਮ ਯੂਜ਼ ਟੂ ਵਿਊ HTML ਡਾਕੂਮੈਂਟ, ਬਿਲਕੁਲ ਠੀਕ ਹੈ, ਕਿਉਂਕਿ HTML ਭਾਸ਼ਾ ਹੈ ਜਿਹਦੇ ਵਿੱਚ ਆਪਾਂ ਪੇਜ ਬਣਾਉਣੇ ਆ। ਤਾਂ ਮੈਨੂੰ ਲੱਗਦਾ ਵੀ 2 ਠੀਕ ਹੋ ਗਿਆ, ਆ ਵੀ ਠੀਕ ਹੋਊਗਾ ਤੀਜਾ। ਇਟ ਅਨੇਬਲ ਯੂਜ਼ਰ ਟੂ ਐਕਸੈਸ ਦੀ ਰਿਸੋਰਸ ਆਫ ਦੀ ਇੰਟਰਨੈਟ, ਇਹਦਾ ਬਿਲਕੁਲ ਠੀਕ ਹੈ, ਦਾ ਮਤਲਬ ਸਾਰੇ ਠੀਕ ਨੇ। ਇਹ ਹੁੰਦਾ ਹੈ ਬਰਾਊਜ਼ਰ। ਕਲੀਅਰ ਹੈ ਜੀ, ਆਨਸਰ ਡੀ ਹੈ। ਰੀਡ ਓਨਲੀ ਵੈਬ, ਕੱਲਾ ਰੀਡ ਓਨਲੀ ਤੋਂ ਹੀ ਪਤਾ ਲੱਗਿਆ ਕਿ ਵੈਬ 1.0 ਆਨਸਰ ਇਹਦਾ, ਹੈ ਨਾ। ਹੁਣ ਤਾਂ ਐਂ ਫਟੇ ਚੱਕ ਦਾਂਗੇ ਆਪਾਂ। ਇਟ ਇਜ਼ ਏ ਪਲੇਟਫਾਰਮ ਦੈਟ ਗਿਵਸ ਯੂਜ਼ਰ ਦੀ ਪੋਸੀਬਿਲਿਟੀ ਟੂ ਕੰਟਰੋਲ ਦੇਅਰ ਡੇਟਾ, ਆਪਦੇ ਡੇਟਾ ਨੂੰ ਕੰਟਰੋਲ ਕਰੇ ਯੂਜ਼ਰ, ਯਾਨੀ ਕਿ ਯੂਜ਼ਰ ਨੂੰ ਕੰਟੈਂਟ ਕ੍ਰੀਏਟਰ ਬਣਾਤਾ। ਫਿਰ ਆਪਾਂ ਹੁਣੀ ਪੜ੍ਹ ਕੇ ਗਏ ਹਾਂ ਵੈਬ 2.0 ਹੈ ਨਾ। ਅਗਲਾ ਕੁਐਸਚਨ, ਵਿਚ ਆਫ ਦੀ ਫੋਲੋਇੰਗ ਡਜ਼ ਨਾਟ ਬਿਲੋਂਗ ਟੂ ਵੈਬ 2.0। ਵੈਬ 2.0 ਦੇ ਵਿੱਚ ਸਟੈਟਿਕ ਪੇਜ ਨਹੀਂ ਹੁੰਦੇ, ਇਹਦੇ ਵਿੱਚ ਡਾਇਨਾਮਿਕ ਪੇਜ ਹੁੰਦੇ ਨੇ, ਕਮਿਊਨਿਟੀ ਤੇ ਫੋਕਸ ਕਰਦੇ ਨੇ, ਬਿਲਕੁਲ ਠੀਕ ਹੈ। ਰੀਡ ਰਾਈਟ ਹੁੰਦਾ ਹੈ, ਸ਼ੇਅਰਿੰਗ ਆਫ ਕੰਟੈਂਟ ਹੁੰਦੇ ਨੇ। ਤਾਂ ਹੁਣ ਤਾਂ ਕੁਐਸਚਨ ਭਜਦੇ ਤੁਰੇ ਜਾਣਗੇ, ਠੀਕ ਹੈ, ਸਟੈਟਿਕ ਪੇਜਸ। ਅਗਲਾ ਕੁਐਸਚਨ ਤੁਹਾਡੇ ਕੰਮ ਦਾ ਹੈ, ਵਿਚ ਇਜ਼ ਨਾਟ ਆਨਲਾਈਨ ਇੰਡੀਅਨ ਮੈਟਰੀਮੋਨੀਅਲ ਵੈਬਸਾਈਟ। ਮੈਟਰੀਮੋਨੀਅਲ ਕਿਹੜੀਆਂ ਹੁੰਦੀਆਂ ਨੇ? ਵਿਆਹ ਵੂ ਕਰਾਉਣ ਵਾਲੀਆਂ। ਜੋਬ ਜੂਬ ਲੱਗ ਜਾਓ ਫਿਰ ਤੁਹਾਨੂੰ ਇਹ ਸਾਈਟਾਂ ਦੀ ਲੋੜ ਪਊਗੀ। ਵੈਸੇ ਤੁਹਾਡੀਆਂ ਕਈ ਬੰਦਿਆਂ ਦੀਆਂ ਮੈਨੂੰ ਲੱਗਦਾ ਪਹਿਲਾਂ ਹੀ ਆਈਡੀਆਂ ਹੋਣਗੀਆਂ, ਹੈ ਨਾ। ਸੋ ਕਿਸੇ ਦਾ 143 ਚੱਲਦਾ ਹੀ ਹੋਣਾ ਇਸ ਵੈਬਸਾਈਟ ਤੇ। ਵੈਸੇ ਵਧੀਆ, ਚਲੋ ਆਈਡੀ ਊਡੀ ਬਣਾਉਣੀ ਚਾਹੀਦੀ ਹੈ, ਕੋਈ ਆਫਰ ਵੀ ਆ ਜਾਂਦੇ ਚੰਗੇ, ਹੈ ਨਾ। ਜੀਵਨਸਾਥੀ.com ਇਹ ਵੀ ਇੰਡੀਅਨ ਹੈ। ਭਾਰਤੀਆ ਮੈਟਰੀਮੋਨੀ.com ਇਹ ਵੀ ਇੰਡੀਅਨ ਹੈ। ਸ਼ਾਦੀ.com ਵੀ ਇੰਡੀਅਨ ਹੈ। www.uk.singlemuslim.com। ਹੁਣ
ਜੇ ਮੈਂ ਤੁਹਾਨੂੰ ਕਹਿ ਦਿਆਂ ਵੀ ਆਹ ਨਹੀਂ ਹੈ, ਤੁਸੀਂ ਸੋਚੋਗੇ ਯਾਰ ਪਤਾ ਤਾਂ ਲੱਗਿਆ ਨਹੀਂ, ਵੀ ਇਹਦਾ ਕੁਐਸਚਨ ਪੁੱਛਣ ਦਾ ਕਾਰਨ ਕੀ ਹੈ, ਵੀ ਸਾਨੂੰ ਕੀ ਪਤਾ ਲੱਗਿਆ। ਦੇਖੋ ਇਹ ਡੋਮੇਨ ਤੇ ਕੁਐਸਚਨ ਹੈ, .com ਕੋਈ ਆਇਡੈਂਟੀਫਿਕੇਸ਼ਨ ਨਹੀਂ ਹੋ ਰਹੀ। ਆ ਜਿਹੜੀ UK ਹੈ ਕੰਟਰੀ ਲੈਵਲ ਡੋਮੇਨ ਹੁੰਦਾ, ਕੰਟਰੀ ਕੋਡ ਲੈਵਲ ਡੋਮੇਨ ਸ਼ਾਇਦ ਐਂ ਜੇ ਕੁਛ ਹੁੰਦਾ। UK ਹੈ ਤਾਂ ਯੂਨਾਈਟਿਡ ਕਿੰਗਡਮ ਹੈ। ਕਈ ਵਾਰੀ ਤੁਸੀਂ ਦੇਖਿਆ ਹੋਣਾ www.punjabiuniversity.ac.in, AC ਦਾ ਮਤਲਬ ਅਕੈਡਮਿਕ, ਇਨ ਦਾ ਮਤਲਬ ਇੰਡੀਆ, ਤੇ ਜੇ US ਕਹਿ ਦਈਏ ਯੂਨਾਈਟਿਡ ਸਟੇਟ ਦੀ ਹੈ, CA ਪਾ ਦਈਏ ਕੈਨੇਡਾ ਦੀ ਹੈ, ਹਨਾ। ਤਾਂ ਇਹ ਕੰਟਰੀ ਲੈਵਲ ਦੀਆਂ ਡੋਮੇਨ ਨੇ। ਇੱਥੋਂ ਸਾਨੂੰ ਪਤਾ ਲੱਗਿਆ ਕਿ ਦਿਸ ਇਜ਼ ਨਾਟ ਏ ਇੰਡੀਅਨ, ਹੈ ਨਾ। ਤਾਂ ਕੋਈ ਐਵੇਂ ਦੀਆਂ ਵੈਬਸਾਈਟਾਂ ਵੀ ਹੋਣਗੀਆਂ US ਦੀਆਂ ਜਿਹਦੇ 'ਚ ਇਹ ਨਹੀਂ ਦਿੱਤਾ ਹੋਊਗਾ, ਫਿਰ ਉਹ ਆਪਸ਼ਨ 'ਚ ਨਹੀਂ ਪਾਊਗਾ ਨਾ, ਤਾਂ ਉੱਥੇ ਤਾਂ ਫਿਰ ਹਿਸਟਰੀ ਹੋ ਗਈ, ਹਿਸਟਰੀ ਨਹੀਂ ਹੋਗੀ, ਉਹ ਯਾਦ ਰੱਖਣ ਵਾਲੀ ਇਨਫੋਰਮੇਸ਼ਨ ਫੈਕਟ ਹੋ ਗਈ। ਇੰਨੀਆਂ ਲੱਖਾਂ ਕਰੋੜਾਂ ਵੈਬਸਾਈਟਾਂ ਅਸੀਂ ਯਾਦ ਨਹੀਂ ਰੱਖ ਸਕਦੇ, ਤਾਂ ਉਹਨੇ ਕੁਐਸਚਨ ਸਿਰਫ ਆਹ ਚੀਜ਼ ਤੇ ਪਾਇਆ, ਇਹਨੂੰ ਧਿਆਨ ਦੇ ਵਿੱਚ ਰੱਖਣਾ, ਠੀਕ ਹੈ ਜੀ। ਅਗਲਾ ਕਹਿੰਦਾ ਵਟ ਡੂ ਯੂ ਨੀਡ ਟੂ ਪੁੱਟ ਯੂਰ ਵੈਬ ਪੇਜਸ ਔਨ www, ਕਹਿੰਦਾ ਵੈਬ ਪੇਜ ਤੇ ਸਰਚ ਕਰਨ ਦੇ ਲਈ ਤੁਹਾਨੂੰ ਸਰਚ ਬਟਨ ਦੇ ਵਿੱਚ ਕੀ ਪਾਉਣਾ ਪੈਂਦਾ, ਕਨੈਕਸ਼ਨ ਹੋਣਾ ਚਾਹੀਦਾ ਇੰਟਰਨੈਟ ਦਾ। ਬਿਲਕੁਲ ਠੀਕ ਹੈ, ਇੰਟਰਨੈਟ ਦੇ ਕਨੈਕਸ਼ਨ ਬਿਨਾਂ ਗੱਲ ਨਹੀਂ ਬਣਦੀ। ਵੈਬ ਬਰਾਊਜ਼ਰ ਵੀ ਹੋਣਾ ਚਾਹੀਦਾ, ਉਹ ਨਹੀਂ ਤਾਂ ਠੀਕ ਲਾਉਣੇ, ਮਤਲਬ ਠੀਕ ਹੈ। ਵੈਬ ਬਰਾਊਜ਼ਰ ਹੋਣਾ ਚਾਹੀਦਾ, ਵੈਬ ਸਰਵਰ। ਵੈਬ ਸਰਵਰ ਕੀ ਹੁੰਦਾ, ਦੇਖੋ ਇਹ ਸਰਵਰ ਦੇ ਨਾਮ ਤੇ ਤੁਹਾਨੂੰ ਬੁਖਾਰ ਜਾਂ ਨਹੀਂ ਲਾਇਆ ਲੱਗਦਾ, ਉਹ ਹਲਣਾ ਬੁਖਾਰ ਤੇ ਸਰਵਰ ਇੱਕੋ ਜਿਹੀ ਗੱਲ ਨਹੀਂ ਲੱਗਦੀ। ਸਰਵਰ ਹੁੰਦਾ ਜਿਹੜਾ ਸਰਵਿਸਿਸ ਪ੍ਰੋਵਾਈਡ ਕਰਦਾ, ਕੰਪਿਊਟਰ ਦੇ ਵਿੱਚ ਸਰਵਿਸਿਸ ਪ੍ਰੋਵਾਈਡ ਕੌਣ ਕਰਦਾ, ਜਿਵੇਂ ਜੀਮੇਲ ਦਾ ਸਰਵਰ ਹੈ, ਯਾਹੂ ਦਾ ਸਰਵਰ ਹੈ, ਫੇਸਬੁੱਕ ਦਾ, ਹੈ ਨਾ। ਇੱਕ ਕੰਪਿਊਟਰ ਜਿਹੜਾ ਬਾਕੀਆਂ ਨੂੰ ਸਰਵਿਸਿਸ ਦਿੰਦਾ ਉਹ ਸਰਵਰ ਹੁੰਦਾ ਹੈ। ਹੁਣ ਨੈਟ ਤੋਂ ਕੋਈ ਸਰਚ ਮਾਰਨਾ ਹੈ, ਸਰਚ ਕਿੱਥੋਂ ਮਾਰਾਂਗੇ, ਸਰਵਰ ਤੋਂ ਹੀ ਮਾਰਾਂਗੇ, ਹੈ ਨਾ। ਫਿਰ ਇਹਦਾ ਮਿੱਤਰੋ ਡੀ ਆਨਸਰ ਹੈ, ਠੀਕ ਹੈ। ਅੱਗੇ ਵਾਟ ਇਜ਼ ਦਾ ਨੇਮ ਆਫ ਵੈਬ ਪੇਜ ਐਡਰੈਸ, ਹੁਣ ਨਹੀਂ ਭੁੱਲਦੇ, ਪਹਿਲਾਂ ਹੀ ਹੈ URL, ਯੂਨੀਫਾਰਮ ਰਿਸੋਰਸ ਲੋਕੇਟਰ। ਦੀ ਵੈਬ ਇਜ਼ ਯੂਜ਼ਡ ਐਜ਼ ਸਟੈਟਿਕ ਇਨਫੋਰਮੇਸ਼ਨ ਪੋਰਟਲ ਬਾਏ ਮੈਨੀ ਪੀਪਲ। ਉਹੀ ਕੁਐਸਚਨ ਨੇ ਘੁਮਾ ਫਿਰਾ ਕੇ ਕਿਵੇਂ ਪੁੱਛੇ ਜਾਂਦੇ ਨੇ। ਸਟੈਟਿਕ ਆਪਾਂ ਨੂੰ ਪਤਾ, ਹੁਣ ਥੋੜੀ ਮਾਰ ਖਾਵਾਂਗੇ 1.0। ਕਹਿੰਦਾ ਵਾਟ ਇਜ਼ ਫੁੱਲ ਫਾਰਮ ਆਫ W3C, ਇਹ ਹੁਣੀ ਪੁੱਛਿਆ 14 ਅਕਤੂਬਰ ਇੰਟੈਲੀਜੈਂਸ ਕਾਂਸਟੇਬਲ ਦੇ ਪੇਪਰ 'ਚ। ਇਹ ਹੁੰਦਾ ਵਰਲਡ ਵਾਈਡ ਵੈਬ ਕੰਸੋਰਟੀਅਮ। ਇਹ ਹੁੰਦਾ ਕੀ ਹੈ, ਇਹਦਾ ਮੇਨ ਮੋਟਿਵ ਹੁੰਦਾ ਕਿ ਵਰਲਡ ਵਾਈਡ ਵੈਬ ਦੇ ਸਟੈਂਡਰਡ ਕ੍ਰੀਏਟ ਕਰਨੇ, ਪ੍ਰੋਟੋਕੋਲ ਬਣਾਉਣੀਆਂ, ਪੂਰਾ ਵਰਲਡ ਵਾਈਡ ਵੈਬ ਨੂੰ ਮੇਨਟੇਨ ਕਰਨਾ, ਪੂਰੀ ਉਹਦੀ ਵਰਕਿੰਗ ਦੇਖਣੀ। ਇਹਦੇ ਲਈ ਸਟਾਫ ਵੀ ਰੱਖਿਆ ਗਿਆ, ਤੇ ਜਿਹੜਾ ਟਿਮ ਬਰਨਰ ਲੀ ਹੈ ਉਹ ਇਹਦਾ ਹੈਡ ਹੈ ਮੇਨ, ਠੀਕ ਹੈ। ਟਿਮ ਬਰਨਰ ਲੀ ਇਹਨੇ ਕੰਮ ਬਹੁਤ ਕਰਿਆ ਬੰਦੇ ਨੇ, ਹੈ ਨਾ। ਸੋ ਅਗਲਾ ਕੁਐਸਚਨ ਹੈ, ਬੜਾ ਵਧੀਆ ਕੁਐਸਚਨ ਹੈ ਵੀ, ਇੰਟੈਲੀਜੈਂਸ ਕਾਂਸਟੇਬਲ ਦਾ 14 ਅਕਤੂਬਰ 2022 ਦਾ ਕੁਐਸਚਨ ਹੈ। ਕਹਿੰਦਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟਸ, ਮੈਨੂੰ ਲੱਗਦਾ ਇੱਥੇ ਫਿਰ ਮੈਂ ਗੜਬੜ ਕਰ ਗਿਆ, ਸਟੇਟਮੈਂਟ ਆਊਗਾ ਰਿਲੇਟਡ ਟੂ ਵਰਲਡ ਵਾਈਡ ਵੈਬ ਇਜ਼ ਫਾਲਸ। ਦੇਖੋ ਆਹ ਗੋਲਾ ਜ਼ਰੂਰ ਲਾਉਣਾ ਹੈ, ਗਲਤੀ ਨਹੀਂ ਕਰਨੀ। ਫਾਲਸ ਪੁੱਛਿਆ, ਇਹਦੇ ਤੋਂ ਪਹਿਲਾਂ ਆਪਾਂ ਕੁਝ ਚੀਜ਼ਾਂ ਨਾ ਦੇਖ ਲਈਏ, ਇੱਕ ਵਾਰੀ ਪੜ੍ਹਾ ਦੇਣਾ। ਦੀ ਲਾਸਟ ਵੈਬ ਪੇਜ ਆਫ ਏ ਵੈਬਸਾਈਟ ਇਜ਼ ਕਾਲਡ ਹੋਮ ਪੇਜ, ਨਹੀਂ ਇਹਦਾ ਠੀਕ ਨਹੀਂ। ਪਹਿਲੇ ਪੇਜ ਨੂੰ ਹੋਮ ਪੇਜ ਬੋਲਦੇ ਨੇ, ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਜਦੋਂ ਵੈਬਸਾਈਟ ਖੋਲਦੇ ਜਿਹੜਾ ਪਹਿਲਾ ਪੇਜ ਖੋਲੂਗਾ ਉਹ ਹੋਮ ਪੇਜ ਹੁੰਦਾ, ਲਾਸਟ ਵਾਲਾ ਤਾਂ ਐਂਡ ਪੇਜ ਹੁੰਦਾ, ਜਾਂ ਹੈਲਪ ਤੇ ਹੁੰਦਾ, ਜਾਂ ਅਬਾਊਟ ਅਸ ਹੁੰਦਾ, ਹੈ ਨਾ। ਸੋ ਇਹ ਪਹਿਲੇ ਗਲਤ ਹੋ ਗਿਆ। ਦੀ ਪ੍ਰੋਸੈਸ ਆਫ ਸਟੋਰਿੰਗ ਏ ਵੈਬ ਪੇਜ ਔਨ ਏ ਵੈਬ ਸਰਵਰ ਇਜ਼ ਕਾਲਡ ਅਪਲੋਡਿੰਗ। ਜਿਵੇਂ ਹੁਣ ਮੈਂ ਵੀਡੀਓ ਬਣਾ ਰਿਹਾ, ਫਿਰ ਮੈਂ ਕੀ ਕਰੂੰਗਾ, ਅਪਲੋਡ ਕਰੂੰਗਾ ਸਰਵਰ ਤੇ, ਕਾਹਦੇ ਤੇ, YouTube ਸਰਵਰ ਤੇ, ਤਾਂ ਉਹਨੂੰ ਅਪਲੋਡਿੰਗ ਬੋਲ ਦਾਂਗੇ। ਦੀ ਪ੍ਰੋਸੈਸ ਆਫ ਰਿਟਰੀਵਿੰਗ ਏ ਵੈਬ ਪੇਜ ਫਰੋਮ ਵੈਬ ਸਰਵਰ ਔਨ ਟੂ ਦੀ ਯੂਜ਼ਰ ਕੰਪਿਊਟਰ ਇਜ਼ ਕਾਲਡ ਡਾਊਨਲੋਡਿੰਗ। ਜੇ ਤੁਸੀਂ ਮੇਰੀ ਵੀਡੀਓ ਡਾਊਨਲੋਡ ਕਰ ਲਓਗੇ ਆਪਦੇ ਕੰਪਿਊਟਰ 'ਚ, ਤਾਂ ਉਹਨੂੰ ਡਾਊਨਲੋਡਿੰਗ ਬੋਲ ਦਾਂਗੇ। ਆਪਦੇ ਕੰਪਿਊਟਰ 'ਤੇ ਲੈ ਆਉਂਗੇ, ਇਹ ਲੋਡ ਨਹੀਂ ਹੁੰਦੀ YouTube ਤੇ। ਇਹੀ ਤਾਂ ਇਹਦੀ ਖਾਸੀਅਤ ਹੈ। ਇਹ ਜੇ ਐਵੇਂ ਦਾ ਹੁੰਦਾ YouTube ਵੀ, ਜਿਹੜੀ ਵੀਡੀਓ ਤੁਸੀਂ ਇੱਕ ਵਾਰੀ ਦੇਖ ਲਿਓ ਦੁਬਾਰੇ ਨਹੀਂ ਦਿਖੂਗੀ, ਫਿਰ ਆਪਾਂ ਨੂੰ ਡਾਊਨਲੋਡ ਕਰਨੀ ਪੈਂਦੀ ਹੈ ਨਾ। ਤਾਂ ਹੁਣ ਸਾਰਾ ਕੁਝ ਤਾਂ ਉੱਥੇ ਹੀ ਪਿਆ ਹੁੰਦਾ, ਵਾਰੀ ਦੇਖ ਸਕਦੇ ਹੁੰਦੇ ਆਪਾਂ, ਠੀਕ ਹੈ ਜੀ। ਜਿਵੇਂ ਲਾਸਟ ਹੈਗਾ ਵੈਬ ਸਰਵਰਸ ਆਰ ਹੋਸਟ ਕੰਪਿਊਟਰ ਦੈਟ ਸਟੋਰ ਥਾਊਜ਼ੈਂਡ ਆਫ ਵੈਬ ਪੇਜਿਸ। ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ, ਵੈਬ ਸਰਵਰ ਇੱਕ ਹੋਸਟ ਕੰਪਿਊਟਰ ਹੁੰਦੇ ਨੇ ਜਿਹੜੇ ਬਹੁਤ ਲੱਖਾਂ ਕਰੋੜਾਂ ਵੈਬ ਪੇਜਾਂ ਨੂੰ ਸਟੋਰ ਕਰਦੇ ਨੇ। ਤਾਂ ਆਨਸਰ ਤਾਂ ਮਿੱਤਰੋ ਹੋ ਗਿਆ ਇਹ, ਬਟ ਕੁਛ ਚੀਜ਼ਾਂ ਆਪਾਂ ਤੁਹਾਨੂੰ ਨਾਲ ਲੱਗਦੇ ਹੱਥ ਹੋਰ ਪੜ੍ਹਾ ਦੂੰਗਾ ਮੈਂ। ਤੇ ਮੈਂ ਪੀ ਲਾਂ ਥੋੜਾ ਜਿਹਾ ਗਰਮ ਜਿਹਾ ਪਾਣੀ, ਗਲਾ ਮੇਰਾ ਥੋੜਾ ਜਿਹਾ ਖਰਾਬ ਹੋਣ ਦੇ ਅਸਾਰ ਲੱਗਦੇ ਨੇ। ਫਿਰ ਆਪਾਂ ਕਰਦੇ ਹਾਂ ਗੱਲਬਾਤ। ਹਾਂ ਨਜ਼ਾਰਾ ਜਿਹਾ ਆ ਜਾਂਦਾ ਗਰਮ ਪਾਣੀ ਪੀ ਕੇ, ਹੈ ਨਾ। ਨਹੀਂ ਜ਼ੋਰ ਹੀ ਬੜਾ ਲੱਗਦਾ, ਐਂ ਜ਼ੋਰ ਲੱਗਦਾ ਜਿਵੇਂ ਕਿਤੇ 20-25 ਫੁੱਟ ਡੂੰਘਾ ਪਾਣੀ ਹੋਵੇ ਤੇ ਉੱਥੇ 2 ਵੀਲਾ ਜੋੜਿਆ ਹੋਵੇ, ਹੈ ਨਾ। ਠੀਕ ਹੈ, 2 ਵੀਲਾ ਅੱਧਿਆਂ ਨੂੰ ਪਤਾ ਨਹੀਂ ਹੋਣਾ, ਚੱਲ ਜਿਨ੍ਹਾਂ ਨੂੰ ਪਤਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ 2 ਵੀਲਾ ਕੀ ਹੁੰਦਾ, ਠੀਕ ਹੈ। ਹਾਂ ਕੁਛ ਕਿਸੇ ਏਰੀਏ 'ਚ ਹੋ ਸਕਦਾ ਕੁਛ ਹੋਰ ਸ਼ਬਦ ਵਰਤਦੇ ਹੋਣ, ਪਰ ਮੇਰਾ ਬਠਿੰਡਾ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਬਠਿੰਡਾ ਏਰੀਆ ਸਾਡੇ ਅਸੀਂ 2 ਵੀਲਾ ਬੋਲਦੇ ਹਾਂ, ਠੀਕ ਹੈ। ਕਮੈਂਟ ਕਰਕੇ ਦੱਸਿਓ, ਨਹੀਂ ਫਿਰ ਅਗਲੀ ਵੀਡੀਓ ਦੱਸੂਗਾ ਵੀ 2 ਵੀਲਾ ਕੀ ਹੁੰਦਾ, ਮੈਨੂੰ ਯਾਦ ਵੀ ਕਰਾ ਦਿਓ, ਠੀਕ ਹੈ। ਹਾਂ ਇੰਟਰਨੈਟ ਹਾਂ ਇੱਕ ਮਿੰਟ, ਮੇਰੇ ਦਿਮਾਗ 'ਚ ਹੋਰ ਥੋਟ ਆਇਆ। ਇਹੀ ਚੀਜ਼ਾਂ ਹੁੰਦੀਆਂ ਨੇ, ਜੇ ਆਪਾਂ ਥੋੜ੍ਹੀਆਂ ਬਹੁਤ ਮੈਂ ਤੁਹਾਨੂੰ ਸਿੰਪਲੀ ਪੜ੍ਹਾਈ ਜਾਵਾਂ,
ਹੁਣ ਜਿਹੜਾ ਸਾਡੇ ਇੰਜੀਨੀਅਰਿੰਗ ਦੇ ਵਿੱਚ ਬੰਦੇ ਪੜ੍ਹਾਉਂਦੇ ਨੇ, IET ਵਾਲੇ ਕਹਿ ਲਓ ਜਾਂ NPTEL ਸਾਰਿਆਂ ਨੇ ਸੁਣਿਆ ਹੋਣਾ ਤੁਸੀਂ। NPTEL ਤੇ ਕੋਰਸ ਚੱਲਦੇ ਨੇ ਇੰਜੀਨੀਅਰਿੰਗ ਦੇ, NPTEL ਹੁੰਦਾ ਸ਼ਾਇਦ, ਨੈਸ਼ਨਲ ਪੋਰਟਲ ਐਂ ਕਰਕੇ ਮੈਨੂੰ ਭੁੱਲ ਗਿਆ, ਮੈਂ ਹੁਣ ਯਾਦ ਨਹੀਂ। ਇਹਦੇ ਤੇ ਲੈਕਚਰ ਪਏ ਨੇ IIT ਵਾਲੇ ਬੰਦਿਆਂ ਦੇ, ਉਹ ਘੰਟੇ ਦੇ ਲੈਕਚਰ ਨੇ, ਉਹ ਬੋਰ ਕਰੀ ਜਾਂਦੇ ਨੇ। ਕਿਉਂਕਿ ਗੱਲਬਾਤ ਕਰਦੇ ਨਹੀਂ ਹੋਰ ਯਾਰ। ਤਾਂ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਬਾਹਲੇ ਸਿਆਣੇ ਬਣ ਕੇ ਪੜ੍ਹਨਾ ਹੈ। ਜਿਹੜਾ ਵੀ ਤੁਹਾਡੇ ਦਿਮਾਗ 'ਚ ਥੋਟ ਆਉਂਦਾ, ਕਮਲੇ ਤੁਹਾਨੂੰ ਲੋਕ ਕਮਲੇ ਕਹਿਣ ਕਹੀ ਜਾਣ, ਕੀ ਫਰਕ ਪੈਂਦਾ ਯਾਰ। ਅਸੀਂ ਪੇਪਰ ਕੱਢ ਕੇ ਉਹਨਾਂ ਲੋਕਾਂ ਦੇ ਉੱਤੇ ਬੈਠਾਂਗੇ ਜਿਹੜੇ ਸਾਨੂੰ ਕਮਲੇ ਕਹਿੰਦੇ ਨੇ, ਉਹਨਾਂ ਦੇ ਸਿਰ ਤੇ ਡੰਡਾ ਧਰਾਂਗੇ ਵੀ ਹਾਂ ਵੀ ਮਿੱਤਰਾ ਬੋਲ। ਤਾਂ ਦਿਮਾਗ ਨੂੰ ਫਰੈਸ਼ ਰੱਖਣ ਦੇ ਲਈ ਕੁੱਤੇ ਭਕਾਈ ਵੀ ਦੀ ਲੋੜ ਆ, ਤਾਂ ਕਰਨੀ ਚਾਹੀਦੀ ਹੈ, ਠੀਕ ਹੈ। ਤਾਂ ਹੀ ਮੈਨੂੰ ਆਦਤ ਹੈ ਵੀ ਤੁਸੀਂ ਇੰਨੀਆਂ ਲੰਬੀਆਂ ਵੀਡੀਓ ਦੇਖ ਰਹੇ ਹੋ, ਸੁਣ ਰਹੇ ਹੋ, ਤਾਂ ਨਾਲ ਥੋੜ੍ਹਾ ਬਹੁਤ ਮਨੋਰੰਜਨ ਵੀ ਹੋਣਾ ਚਾਹੀਦਾ, ਠੀਕ ਹੈ। ਤਾਂ ਫਿਰ 2 ਵੀਡੀਓ ਤੋਂ ਗੱਲ ਯਾਦ ਆਈ ਸੀ, ਦੱਸਿਓ ਫਿਰ ਮੈਨੂੰ ਕੀ ਹੈ। ਤਾਂ ਜਿਵੇਂ ਹੁਣ ਇੰਟਰਨੈਟ ਦੀ ਗੱਲ ਕਰਾਂਗੇ, ਇੰਟਰਨੈਟ ਟੈਕਨੋਲੋਜੀ ਤੇ ਉਹਨਾਂ ਦੀ ਡਿਵੈਲਪਮੈਂਟ ਕਦੋਂ ਹੋਈ, ਕੀ ਉਹਨਾਂ ਦਾ ਮੇਨ ਕੰਮ ਸੀ। ਜੇ ਆਪਾਂ ਫਸਟ ਮੇਲ ਦੀ ਗੱਲ ਕਰੀਏ 1965 ਦੇ ਵਿੱਚ, ਇਹ ਈਮੇਲ ਵਾਲੇ ਦੇ ਵਿੱਚ ਵੀ ਮੈਂ ਦੱਸੂਗਾ, ਪਰ ਇੱਥੇ ਮੈਨੂੰ ਇਹ ਸੀ ਕਿ ਇੱਕ ਆਪਾਂ ਸੀਕੁਐਂਸ ਬਣਾ ਲਈਏ। ਪਹਿਲੀ ਮੇਲ 1965 ਦੇ ਵਿੱਚ ਬਣੀ ਸੀ, ਉਦੋਂ ਨੈਟਵਰਕ ਨਹੀਂ ਬਣਿਆ ਸੀ, ਇੱਕੋ ਹੀ ਕੰਪਿਊਟਰ ਤੇ ਇੱਕ ਦੂਜੇ ਨੂੰ ਬੰਦਾ ਮੇਲ ਭੇਜ ਸਕਦਾ ਸੀ, ਠੀਕ ਹੈ। ਫਿਰ ਪਹਿਲਾ ਨੈਟਵਰਕ ਬਣ ਗਿਆ ਜਿਹਦਾ ਨਾਮ ਰੱਖਿਆ ARPANET, 1969 ਦੇ ਵਿੱਚ ਬਣਿਆ। ਕਿਹਨੇ ਬਣਾਇਆ ਸੀ? ਡਿਪਾਰਟਮੈਂਟ ਆਫ ਡਿਫੈਂਸ, US ਮਿਲਟਰੀ, ਠੀਕ ਹੈ, US ਮਿਲਟਰੀ। ਤੇ ਇਹ ਨੈਟਵਰਕ ਵਾਲੇ ਚੈਪਟਰ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਪੜ੍ਹ ਚੁੱਕੇ ਹਾਂ, ਉੱਥੇ ਵੀ ਤੁਸੀਂ ਨੋਟ ਕਰ ਲਿਆ ਹੋਣਾ, ਰਿਵੀਜ਼ਨ ਕਰਾ ਰਹੇ ਹਾਂ ਜਸਟ। TCP/IP ਪ੍ਰੋਟੋਕਾਲ 1970 ਦੇ ਵਿੱਚ ਬਣ ਗਈ ਸੀ, ਠੀਕ ਹੈ। ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ, IP ਦਾ ਇੰਟਰਨੈਟ ਪ੍ਰੋਟੋਕਾਲ। ਫਿਰ ਫਸਟ ਨੈਟਵਰਕ ਮੇਲ ਬਣੀ 1971 ਦੇ ਵਿੱਚ, ਕਿਉਂ? ਕਿਉਂਕਿ ARPANET 69 ਚ ਬਣ ਗਿਆ। ਫਿਰ ਨੈਟਵਰਕ ਈਮੇਲ ਬਣੀ, ਕਿਹੜਾ ਬੰਦਾ ਸੀ? ਰੇ ਟੋਮਿਲਸਨ। ਇਹ ਫਾਦਰ ਆਫ ਈਮੇਲ ਕਿਹਨੂੰ ਕਿਹਾ ਜਾਂਦਾ? ਰੇ ਟੋਮਿਲਸਨ। ਤੇ ਇੰਟਰਨੈਟ ਦਾ ਬਰਥਡੇ ਆਫ ਇੰਟਰਨੈਟ ਮੰਨਿਆ ਜਾਂਦਾ ਕਿ 1 ਜਨਵਰੀ 1983 ਨੂੰ ਇਹਦਾ ਅਫੀਸ਼ੀਅਲ ਬਰਥਡੇ ਹੈ। ਤੇ ਵਿੰਟ ਸਰਫ ਹੈ ਜਿਹੜਾ ਫਾਦਰ ਆਫ ਇੰਟਰਨੈਟ ਸੀ, ਠੀਕ ਹੈ। ਤੇ DNS ਡੋਮੇਨ ਨੇਮ ਸਿਸਟਮ 1983 ਦੇ ਵਿੱਚ ਆਇਆ, ਬਹੁਤ ਇੰਪੋਰਟੈਂਟ ਹੈ, ਸਕਰੀਨਸ਼ਾਟ ਲੈ ਸਕਦੇ ਹੋ। ਜੇ DOD USA ਵਿੱਚ ਲੈਣਾ ਤਾਂ ਵਿੱਚ ਲੈ ਲਓ, ਜੇ ਇਹਦੇ ਤੋਂ ਬਿਨਾਂ ਸਕਰੀਨਸ਼ਾਟ ਲੈਣਾ ਤਾਂ ਆ ਚੱਕੋ, ਬਿਨਾਂ ਸਕਰੀਨਸ਼ਾਟ ਲੈ ਲਓ, ਠੀਕ ਹੈ। ਅੱਗੇ WW ਵਰਲਡ ਵਾਈਡ ਵੈਬ 1999 ਦੇ ਵਿੱਚ ਬਣਿਆ, ਟਿਮ ਬਰਨਰ-ਲੀ ਨੇ ਬਣਾਇਆ। ਹੁਣ ਦੱਸ ਦੇਣਾ ਵਰਲਡ ਵਾਈਡ ਵੈਬ ਕੀ ਹੈ। ਵਰਲਡ ਵਾਈਡ ਵੈਬ ਇੱਕ ਕੰਟੇਨਰ ਹੈ, ਆ ਕਰਕੇ ਗੋਲ ਘੇਰੇ ਨੂੰ ਆਪਾਂ ਕੰਟੇਨਰ ਕਹਿ ਦਿੰਦੇ ਹਾਂ। ਕੰਟੇਨਰ ਜਿਹੜਾ ਬਹੁਤ ਸਾਰੇ ਸਰਵਰਾਂ ਨੂੰ ਹੋਲਡ ਕਰਦਾ, ਜਿਵੇਂ ਯਾਹੂ ਦਾ ਸਰਵਰ ਆ, ਜੀਮੇਲ, ਫੇਸਬੁੱਕ, ਇੰਸਟਾਗ੍ਰਾਮ, ਇਹਨਾਂ ਦਾ ਇੱਕ ਸਰਵਰ ਹੈ ਨਾ ਸਾਰਿਆਂ ਦੇ, ਜਿੱਥੇ ਡਾਟਾ ਸੇਵ ਪਿਆ। ਤਾਂ ਇਹ ਵਰਲਡ ਵਾਈਡ ਵੈਬ ਹੈਗਾ ਨਾ ਜਿਹੜਾ, ਇਹ ਕੰਟੇਨਰ ਹੈ ਜਿਹੜਾ ਸਾਰੀਆਂ ਵੈਬਸਾਈਟਸ ਨੂੰ ਜਾਂ ਵੈਬ ਪੇਜਸ ਨੂੰ ਹੋਲਡ ਕਰਕੇ ਰੱਖਦਾ ਆਪਦੇ ਵਿੱਚ, ਇੱਕ ਘੇਰਾ ਹੈ। ਜਿਵੇਂ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਡਿਪਾਰਟਮੈਂਟ ਹੁੰਦੇ ਨੇ, ਯੂਨੀਵਰਸਿਟੀ ਇੱਕ ਸ਼ਬਦ ਹੈ, ਸਾਰੇ ਡਿਪਾਰਟਮੈਂਟਾਂ ਦਾ ਸਮੂਹ ਹੈ, ਉਵੇਂ ਹੀ ਵਰਲਡ ਵਾਈਡ ਵੈਬ ਇੱਕ ਇੰਟਰਨੈਟ ਦੀ ਯੂਨੀਵਰਸਿਟੀ ਹੈ ਜਿਹਦੇ ਵਿੱਚ ਸਾਰੇ ਸਰਵਰ ਤੇ ਵੈਬ ਪੇਜ ਹੁੰਦੇ ਨੇ। ਤੇ ਇਹ ਬਣਾਇਆ ਕਿਹੜੇ ਬੰਦੇ ਨੇ ਸੀ? 1999 ਦੇ ਵਿੱਚ। ਸੌਫਟਵੇਅਰ ਦੀ ਤਰ੍ਹਾਂ ਹੀ ਕੰਮ ਕਰਦਾ ਇੱਕ ਕੰਟੇਨਰ, ਇਹਦੇ ਵਿੱਚ ਕੋਡਿੰਗ ਕੀਤੀ ਹੋਈ ਹੈ, ਰੂਲ ਪਾਏ ਹੋਏ ਨੇ। ਤਾਂ ਹੀ ਕੋਈ ਵੀ ਵੈਬਸਾਈਟ ਸਰਚ ਕਰਨੀ ਹੈ ਤਾਂ ਅਸੀਂ ਲਿਖਦੇ ਹਾਂ www.google.com, ਠੀਕ ਹੈ ਜੀ। ਤਾਂ 1999 ਦੇ ਵਿੱਚ ਟਿਮ ਬਰਨਰ-ਲੀ ਨੇ ਬਣਾਇਆ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਪੁੱਛਿਆ ਜਾ ਸਕਦਾ ਕਿ ਵਰਲਡ ਵਾਈਡ ਵੈਬ ਕਿਹਨੇ ਬਣਾਇਆ? 1999 ਚ ਟਿਮ ਬਰਨਰ-ਲੀ ਨੇ। ਤੇ ਜੇ ਆਪਾਂ ਅੱਗੇ ਗੱਲ ਕਰੀਏ, HTML ਲੈਂਗੁਏਜ ਹੈ। ਹੁਣ ਵਰਲਡ ਵਾਈਡ ਵੈਬ ਤਾਂ ਬਣ ਗਿਆ, ਤਾਂ ਹੁਣ ਪੇਜ ਬਣਾਉਣੇ ਸੀਗੇ, ਵੈਬਸਾਈਟਾਂ ਬਣਾਉਣੀਆਂ ਸੀ, ਉਹਦੇ ਲਈ ਲੈਂਗੁਏਜ ਬਣੀ HTML 1990 ਦੇ ਵਿੱਚ। ਤੇ ਜੇ ਆਪਾਂ ਗੱਲ ਕਰੀਏ, ਇਸ ਤੋਂ ਪਹਿਲਾਂ SGML ਲੈਂਗੁਏਜ ਸੀਗੀ, SGML ਸਟੈਂਡਰਡ ਜਰਨਲਾਈਜ਼ ਮਾਰਕਅਪ ਲੈਂਗੁਏਜ, ਇਹਦੇ ਤੋਂ ਪਹਿਲਾਂ ਬਣੀ ਸੀਗੀ। ਇਹਦੇ ਦੁਆਰਾ ਵੀ ਵੈਬ ਪੇਜ ਬਣਦੇ ਸੀ, ਬਟ ਉਹ ਚੀਜ਼ਾਂ ਸਾਰੀਆਂ ਆਪਦੇ ਹਿਸਾਬ ਨਾਲ ਨਹੀਂ ਹੁੰਦੀਆਂ, ਦੁਬਾਰੇ ਬੰਦੇ ਨੂੰ ਰੀਕ੍ਰੀਏਟ ਕਰਨਾ ਪੈਂਦਾ। ਜਿਵੇਂ ਆਪਾਂ ਪਹਿਲਾਂ ਚੈਪਟਰ ਵਾਈਜ਼ ਚੱਲ ਰਹੇ ਸੀ, ਫਿਰ ਜਦੋਂ ਆਪਣਾ ਕੰਮ ਜਿਹਾ ਚੱਲ ਪਿਆ, ਬੰਦੇ ਨਾਲ ਜੁੜ ਗਏ, ਫਿਰ ਮੋਟੀਵੇਸ਼ਨ ਹੋਰ ਮਿਲਦਾ ਆਪਾਂ ਨੂੰ, ਲੱਗਦਾ ਬੰਦੇ ਕਮੈਂਟ ਕਰਕੇ ਤੁਸੀਂ ਦੱਸਦੇ ਹੋ ਸਾਰੇ ਵੀ ਵਧੀਆ ਕੰਮ ਚੱਲ ਰਿਹਾ ਨਾ, ਤਾਂ ਉਹ ਤੁਸੀਂ એનર્ਜੀ ਦਿੱਤੀ, ਪੋਜ਼ਿਟਿਵ એનર્ਜੀ ਦਿੱਤੀ। ਉਹਦੇ ਨਾਲ ਕੀ ਹੋਇਆ? ਮੇਰਾ ਥੋੜਾ ਜਿਹਾ ਦਿਮਾਗ ਦੀ ਬੱਤੀ ਚੱਲੀ। ਮੈਂ ਕਿਹਾ ਨਹੀਂ ਯਾਰ, ਬੰਦੇ ਆਪਾਂ ਨੂੰ ਐਪਰੀਸ਼ੀਏਟ ਕਰਦੇ ਆ, ਤਾਂ ਆਪਾਂ ਬੰਦਿਆਂ ਦੇ ਲਈ ਹੋਰ ਵਧੀਆ ਚੀਜ਼ਾਂ ਲੈ ਕੇ ਆਵਾਂਗੇ। ਤਾਂ ਫਿਰ ਆਪਾਂ ਨੂੰ ਲੱਗਿਆ ਵੀ ਕਿਉਂ ਨਾ ਯਾਰ ਆਪਾਂ ਲੈਵਲ ਵਾਈਜ਼ ਅਪਰੋਚ ਲੈ ਕੇ ਆਈਏ। ਜੇ ਮੈਂ ਸਾਰੇ ਕੁਐਸਚਨ ਕਰਾਈ ਜਾਵਾਂ, ਤੀਜੇ ਲੈਵਲ ਦੇ ਵੀ ਦੂਜੇ ਦੇ ਵੀ ਇੱਕੋ ਹੀ ਵੀਡੀਓ 'ਚ ਕਰਾਈ ਜਾਵਾਂ, ਅੱਧੇ ਬੰਦੇ ਨੂੰ ਇਹ ਲੱਗੂਗਾ ਵੀ ਯਾਰ ਸਾਡੇ ਪੇਪਰ 'ਚ ਇਹ ਆਉਣਾ ਤਾਂ ਹੈ ਨਹੀਂ, ਸਾਨੂੰ ਫਾਲਤੂ ਹੀ ਕਰਾ ਰਿਹਾ ਬੰਦਾ, ਤੁਸੀਂ ਬੋਰ ਹੋ ਜਾਓਗੇ, ਤੁਹਾਡਾ ਸਮਾਂ ਵੀ ਵੇਸਟ ਹੋਊਗਾ। ਤਾਂ ਫਿਰ ਆਪਣੇ ਦਿਮਾਗ ਦੀ ਬੱਤੀ ਜੱਲੀ, ਤੇ ਫਿਰ ਆਪਾਂ ਕੀ ਕੀਤਾ? ਲੈਵਲ ਵਾਈਜ਼ ਅਪਰੋਚ ਚੱਕਤੀ। ਉਵੇਂ ਹੀ
ਪਹਿਲਾਂ HTML ਸੀਗੀ ਤੇ ਫਿਰ ਬਾਅਦ ਦੇ ਵਿੱਚ HTML ਬਣਾਈ ਗਈ ਵੈਬ ਪੇਜਸ ਨੂੰ ਡਿਜ਼ਾਈਨ ਕਰਨ ਵਾਸਤੇ। ਤੇ ਇਹਨੂੰ ਜਿਹੜੇ ਬੰਦੇ ਨੇ ਬਣਾਇਆ ਸੀ ਉਹਦਾ ਨਾਮ ਸੀਗਾ ਗੋਲਡ ਫੈਰਬ ਕਰਕੇ ਬੰਦਾ ਨਾਮ ਸੀ। ਲੈਂਗੁਏਜ ਵਾਲੇ ਚੈਪਟਰ ਦੇ ਵਿੱਚ ਵੀ ਕਰਾਊਂ, ਮੈਰਾਥਨ ਦੇ ਵਿੱਚ, ਹੋਰ ਕਿਸੇ ਵੀਡੀਓ ਦੇ ਵਿੱਚ ਮੈਂ ਕਾਫੀ ਵਾਰੀ ਕਰਾਇਆ ਹੋਇਆ। ਗੋਲਡ ਫੈਰਬ ਸੀ ਜਿਹਨੂੰ ਫਾਦਰ ਆਫ ਮਾਰਕਅਪ ਲੈਂਗੁਏਜ ਕਿਹਾ ਜਾਂਦਾ। ਮਾਰਕਅਪ ਲੈਂਗੁਏਜ ਜਿਹੜੀ HTML ਹੈ ਟਿਮ ਬਰਨਰ-ਲੀ ਨੇ ਬਣਾਈ ਹੈ, ਬਟ ਆਹ ਪੇਰੈਂਟ ਲੈਂਗੁਏਜ ਸੀ SGML, ਸਟੈਂਡਰਡ ਜਰਨਲਾਈਜ਼ ਮਾਰਕਅਪ ਲੈਂਗੁਏਜ। ਕਾਹਦੀ? HTML ਦੀ। ਤਾਂ ਇਹਦੇ ਜਿਹੜੇ ਬੰਦੇ ਨੇ ਬਣਾਈ ਸੀ ਗੋਲਡ ਫੈਰਬ ਨੇ ਪਹਿਲੀ ਲੈਂਗੁਏਜ, ਸਕ੍ਰਿਪਟਿੰਗ ਲੈਂਗੁਏਜ ਕਹਿ ਲਓ, ਫਾਦਰ ਆਫ ਮਾਰਕਅਪ ਲੈਂਗੁਏਜ ਜਾਂ ਸਕ੍ਰਿਪਟਿੰਗ ਲੈਂਗੁਏਜ। ਸਕ੍ਰਿਪਟਿੰਗ ਲੈਂਗੁਏਜ ਵੀ ਬੋਲਦੇ ਇਹਨੂੰ, ਹੈ ਨਾ, ਜਿਹੜੀ ਕਿ ਵੈਬ ਪੇਜਾਂ ਨੂੰ ਬਣਾਉਣ, ਵੈਬਸਾਈਟਾਂ ਨੂੰ ਜਾਂ ਵੈਬ ਪੇਜ ਨੂੰ ਡਿਜ਼ਾਈਨ ਕਰਨ ਲਈ ਵਰਤੀ ਜਾਂਦੀ ਹੈ, ਤਾਂ ਕਰਕੇ ਇਹਨੂੰ ਫਾਦਰ ਆਫ ਮਾਰਕਅਪ ਲੈਂਗੁਏਜ ਕਹਿੰਦਾ। ਇਹ ਇਹਦੀ ਪੇਰੈਂਟ ਲੈਂਗੁਏਜ ਹੈ। HTML ਦੀ ਪੇਰੈਂਟ ਲੈਂਗੁਏਜ ਕਿਹੜੀ ਹੈ? SGML ਹੈ। ਠੀਕ ਹੈ, ਸੋ ਕੋਈ ਸ਼ਾਰਟਕਟ ਨਹੀਂ ਇਹਦੇ ਵਿੱਚ। ਜਿੰਨਾ ਡੂੰਘਾ ਉਤਰਾਂਗੇ ਓਨਾ ਸਵਾਦ ਆਊਗਾ, ਓਨਾ ਹੀ ਪੇਪਰ 'ਚ ਨਜ਼ਾਰਾ ਆਊਗਾ। ਕੁਐਸਚਨ ਕੱਢ ਕੇ ਐਂ ਪਤਾ ਲੱਗ ਜਾਊਗਾ ਵੀ ਕੰਪਿਊਟਰ ਦਾ ਕੁਐਸਚਨ ਠੀਕ ਆ। ਤਾਂ ਜੇ ਸਵਾਦ ਨਾਲ ਕੰਮ ਕਰਾਂਗੇ ਫਿਰ ਸਵਾਦ ਵੀ ਆਊਗਾ, ਜੇ ਮਰੇ ਮਨ ਨਾਲ ਕੰਮ ਕਰੋਗੇ ਫਿਰ ਮਰਿਆ ਮਨ ਹੀ ਲੈ ਕੇ ਮਰੇ ਜਾਂ ਮੂੰਹ ਲੈ ਕੇ ਆਉਂਗੇ ਪੇਪਰ ਤੋਂ ਬਾਅਦ। ਸੋ ਮੈਂ ਕੋਈ ਨਹੀਂ ਕਹਿੰਦਾ ਵੀ ਆਹ ਕਰ ਲਓ, ਇੰਨੇ ਕਰ ਲਓ, ਇੰਨੇ ਕਰ ਲਓ। ਜਿਹੜੀਆਂ ਮੈਰਾਥਨ ਹੁੰਦੀਆਂ ਨੇ ਉਹ ਰਿਵੀਜ਼ਨ ਵਾਸਤੇ ਹੁੰਦੀਆਂ ਨੇ, ਸ਼ਾਰਟਕਟ ਕੋਈ ਨਹੀਂ ਹੈ। ਕੱਲੀ ਵੀਡੀਓ ਸਿਰੇ ਤੋਂ ਦੇਖੋ, 2 ਵਾਰੀ ਦੇਖ ਲਓ, 3 ਵਾਰੀ ਦੇਖ ਲਓ। ਜੇ ਕੁੱਤੀਆਂ ਕੰਨਾਂ ਤੇ ਚੜਾਉਣੀਆਂ ਨੇ ਫਿਰ ਹੱਲਣਾ ਨਹੀਂ ਚਾਹੀਦਾ ਕੋਈ ਵੀ ਕੁਐਸਚਨ। ਠੀਕ ਹੈ, ਸੋ ਅੱਗੇ ਹੈਗਾ ਫਸਟ ਵੈਬ ਬਰਾਊਜ਼ਰ। ਹੁਣ ਇਹ ਬੰਦੇ ਨੇ ਵਰਲਡ ਵਾਈਡ ਵੈਬ ਬਣਾਤਾ। ਦੇਖੋ ਫੱਟੇ ਹੀ ਚੱਕਦਾ ਤੁਰ ਰਹਿੰਦਾ ਵੀ ਕੁੱਤੀਆਂ ਕਹਿੰਦਾ ਚੜਾਈ ਜਾਂਦਾ। ਵਰਲਡ ਵਾਈਡ ਵੈਬ ਕਿੰਨੇ ਉਦੋਂ ਇਹਨੂੰ ਥੋੜਾ ਪਤਾ ਸੀ ਵੀ ਐ ਮਸ਼ਹੂਰ ਹੋ ਜੂ। 1999 ਚ ਵਰਲਡ ਵਾਈਡ ਵੈਬ ਬਣਾਤੀ, 90 ਚ HTML ਬਣਾਤੀ, ਆਪ ਹੀ ਲੱਗਿਆ ਪਿਆ। ਕਹਿੰਦਾ ਵੈਬ ਪੇਜ ਬਣਾਉਣੇ ਆ ਤਾਂ ਚੱਕੋ, ਕਹਿੰਦਾ ਆਹ ਲੈਂਗੁਏਜ ਬਣਾਵਾਂਗੇ। ਪਹਿਲਾ ਵੈਬ ਬਰਾਊਜ਼ਰ ਵੀ ਬਣਾਤਾ ਬੰਦੇ ਨੇ, ਉਹਦਾ ਨਾਮ ਗੱਲ ਕਰ, ਨਾਮ ਉਹੀ ਰੱਖ ਗਿਆ ਵਰਲਡ ਵਾਈਡ ਵੈਬ। ਕਾਹਦੇ ਵਾਲਾ? ਐਸੇ ਵਾਲਾ ਹੀ, ਕੰਟੇਨਰ ਵਾਲਾ। ਹੁਣ ਮੈਂ ਯੂਨੀਵਰਸਿਟੀ ਬਣਾਤੀ, ਯੂਨੀਵਰਸਿਟੀ ਦੇ ਬਾਹਰ ਇੱਕ ਸੈਂਟਰ ਖੋਲਦੇ ਹਾਂ ਵੀ ਮੈਂ ਕਿਹਾ ਵੀ ਤੁਹਾਨੂੰ ਕੋਚਿੰਗ ਦੇਵਾਂਗੇ ਆਪਾਂ ਨੈਟ ਦੀ, ਮੈਂ ਉਹਦਾ ਵੀ ਨਾਮ ਰੱਖਦਾ ਵੀ ਪੰਜਾਬੀ ਯੂਨੀਵਰਸਿਟੀ। ਹੁਣ ਕੀ ਪਤਾ ਲੱਗੂ ਵੀ ਪੰਜਾਬੀ ਯੂਨੀਵਰਸਿਟੀ ਸੈਂਟਰ ਦੀ ਗੱਲ ਕਰ ਰਹੇ ਆ ਕਿ ਯੂਨੀਵਰਸਿਟੀ ਦੀ, ਹੈ ਨਾ। ਸੋ ਫਿਰ ਇਹਨੇ ਕੀ ਕੀਤਾ 1990 ਚ ਵਰਲਡ ਵਾਈਡ ਵੈਬ, ਫਿਰ ਇਹਨੂੰ ਨਾਮ ਚੇਂਜ, ਲੋਕ ਕਹਿੰਦੇ ਵੀ ਯਾਰ ਤੂੰ ਇੱਕੋ ਜਿਹਾ ਨਾਮ ਆ, ਪਤਾ ਨਹੀਂ ਲੱਗਦਾ। ਫਿਰ ਇਸੇ ਦਾ ਹੀ ਇਹਨੇ ਨਾਮ ਬਦਲ ਕੇ ਕੀ ਰੱਖਤਾ? ਨੈਕਸਸ ਰੱਖਤਾ 1991 ਦੇ ਵਿੱਚ। ਬੰਦਾ ਉਹੀ ਸੀ ਟਿਮ ਬਰਨਰ-ਲੀ। ਕੁਐਸਚਨ ਪੁੱਛਿਆ UGC ਨੈਟ ਦੇ ਵਿੱਚ, ਇਹ ਕਹਿੰਦਾ ਫਸਟ ਵੈਬ ਬਰਾਊਜ਼ਰ ਕਿਹੜਾ ਸੀ? ਬੰਦਿਆਂ ਨੇ ਜ਼ਿਆਦਾਤਰ ਨੈਟਸਕੇਪ, ਨੈਵੀਗੇਟਰ, ਮੋਇਸਕ ਵਗੈਰਾ ਲਗਾਤੇ। ਬੰਦੇ ਸੋਚਦੇ ਯਾਰ ਵਰਲਡ ਵਾਈਡ ਵੈਬ ਦਾ ਕੰਟੇਨਰ ਹੈ, ਇਹ ਤਾਂ ਵੈਬ ਬਰਾਊਜ਼ਰ ਹੋ ਹੀ ਨਹੀਂ ਸਕਦਾ। ਪਰ ਉਹਨੇ ਫਸਾਉਂਦਾ ਹੀ ਉੱਥੇ ਹੈ ਨਾ ਜਿੱਥੇ ਸਾਨੂੰ ਓਲਾ ਜਿਹਾ ਲੱਗੇ, ਜਿੱਥੇ ਗੰਦਲ ਜੀ ਹੋਵੇ ਵੀ ਦਿਮਾਗ ਦੇ ਵਿੱਚ ਯਾਰ ਹੋ ਸਕਦਾ ਬੰਦਾ ਸੋਚ ਹੀ ਨਹੀਂ ਸਕਦਾ। ਤਾਂ ਮੋਸਟਲੀ ਬੰਦਿਆਂ ਦਾ ਗਲਤ ਹੋ ਗਿਆ। ਮੈਨੂੰ ਯਾਦ ਹੈ ਮੈਂ ਵੀ ਨੈਟ ਦਾ ਪੇਪਰ ਦਿੱਤਾ ਸੀ 2014 ਚ, ਮੈਂ ਵੀ ਗਲਤ ਲਾ ਕੇ ਆਇਆ ਸੀ। ਠੀਕ ਹੈ, ਸੋ ਇਹ ਵਰਲਡ ਵਾਈਡ ਵੈਬ ਯਾਦ ਰੱਖਣਾ, ਤੁਸੀਂ ਨਹੀਂ ਗਲਤੀ ਕਰਨੀ। ਮੇਰੇ ਨਾਲ ਹੋ ਗਈ, ਤੁਹਾਡੀ ਨਹੀਂ ਹੋਣ ਦਿੰਦਾ ਗਲਤੀ। ਠੀਕ ਹੈ, ਸੋ ਪਹਿਲਾ ਵੈਬ ਪੇਜ ਬਣ ਗਿਆ ਸੀ ਫਿਰ 1991 ਦੇ ਵਿੱਚ, ਹੈ ਨਾ। ਤੇ ਅੱਗੇ 2 ਚੀਜ਼ਾਂ ਹੋਰ ਰਹਿ ਗਈਆਂ। ਜੇ ਪੁੱਛ ਲੈ ਫਸਟ ਵੈਬ ਬਰਾਊਜ਼ਰ, ਫਿਰ ਤਾਂ ਲਾਵਾਂਗੇ ਵਰਲਡ ਵਾਈਡ ਵੈਬ। ਤੇ ਇਹ ਜਿਵੇਂ ਕਹਿ ਦਈਏ ਇਹਦੇ ਚ ਕਮਾਂਡ ਲਾਈਨ ਦੇ ਤਰ੍ਹਾਂ ਕੰਮ ਹੁੰਦਾ ਸੀ, ਕਮਾਂਡ ਲਿਖਦੇ ਜਿਵੇਂ ਡੋਸ ਦੇ ਵਿੱਚ ਹੁੰਦਾ ਸੀ, ਹੈ ਨਾ। ਤੇ ਜੇ ਪੁੱਛ ਲੈ ਫਸਟ ਗ੍ਰਾਫਿਕਲ GUI ਬੇਸਡ ਗ੍ਰਾਫਿਕਲ ਯੂਜ਼ਰ ਇੰਟਰਫੇਸ ਬਰਾਊਜ਼ਰ ਕਿਹੜਾ ਸੀ ਪਬਲਿਕ ਦੇ ਲਈ, ਉਹ ਸੀਗਾ ਮੋਇਸਿਕ 1993। ਦੇਖੋ ਬਹੁਤ ਛੋਟਾ ਜਿਹਾ ਪੁਆਇੰਟ ਹੈ, ਬਰੀਕ ਜਿਹਾ ਯਾਦ ਰੱਖਣਾ। ਜੇ ਪਹਿਲਾ ਵੈਬ ਬਰਾਊਜ਼ਰ ਸਿੰਪਲੀ ਪੁੱਛ ਲਿਆ ਤਾਂ ਵਰਲਡ ਵਾਈਡ ਵੈਬ। ਜੇ ਪੁੱਛ ਲਿਆ ਪਹਿਲਾਂ ਗ੍ਰਾਫਿਕਲੀ ਜਾਂ ਜਿਹੜਾ ਫੇਮਸ ਜ਼ਿਆਦਾ ਹੋ ਗਿਆ ਸੀ ਲੋਕਾਂ 'ਚ, ਲੋਕਾਂ ਨੇ ਵਰਤਿਆ ਜ਼ਿਆਦਾ, ਉਹ ਹੈਗਾ ਮੋਇਸਿਕ 1993 ਚ। ਠੀਕ ਹੈ, ਤੇ ਸਰਚ ਇੰਜਨ ਦੀ ਗੱਲ ਕਰੀਏ ਤਾਂ ਬਰਾਊਜ਼ਰਾਂ ਦੀ ਗੱਲ ਕਰ ਰਹੇ ਸੀ ਨਾ। ਸਰਚ ਇੰਜਨ ਕੀ ਹੁੰਦੇ ਨੇ? ਜਿਹੜੇ ਪੂਰੀ ਦੁਨੀਆ ਦੇ ਵਿੱਚੋਂ ਡੇਟਾ ਨੂੰ ਸਰਚ ਕਰਕੇ ਲਿਆਉਂਦੇ ਨੇ। ਜਿਵੇਂ ਮੋਬਾਈਲ ਫੋਨ ਹੈ ਸਾਡਾ, ਮੋਬਾਈਲ ਫੋਨ ਦੇ ਵਿੱਚੋਂ ਤਾਂ ਆਪਾਂ ਫੋਨ ਕਰ ਸਕਦੇ ਹਾਂ, ਕਾਲ ਕਰ ਸਕਦੇ ਹਾਂ, ਰਿਵਰਟ ਬੈਕ ਪਾ ਸਕਦੇ ਹਾਂ, ਕਿਸੇ ਨੂੰ ਬਲੌਕ ਕਰ ਸਕਦੇ ਹਾਂ। ਬਟ ਫੋਨ ਨੂੰ ਕਿਸੇ ਨੂੰ ਗੱਲ ਕਰਾਉਣ ਦੇ ਲਈ ਇੱਕ ਜ਼ਰੂਰੀ ਕੰਪੋਨੈਂਟ ਕੀ ਹੈ? ਉਹਦੇ ਲਈ ਜ਼ਰੂਰੀ ਹੈਗਾ ਨੈਟਵਰਕ। ਤਾਂ ਨੈਟਵਰਕ ਹੀ ਸਾਨੂੰ ਗੱਲ ਕਰਵਾਊਗਾ ਨਾ, ਜਾਂ ਦੱਸੂਗਾ ਬੰਦਾ ਸਵਿਚ ਆਫ ਹੈ ਜਾਂ ਟਾਕਿੰਗ ਟੂ ਸਮਵਨ ਐਲਸ ਹੈ ਨਾ। ਤਾਂ ਉੱਥੇ ਸਾਡੇ ਕੋਲੇ ਹੁੰਦਾ ਹੈਗਾ ਨੈਟਵਰਕ। ਤਾਂ ਨੈਟਵਰਕ ਨੂੰ ਅਸੀਂ ਐਜ਼ ਏ ਸਰਚ ਇੰਜਨ ਦੇ ਨਾਲ ਰਿਲੇਟ ਕਰ ਸਕਦੇ ਹਾਂ। ਨੈਟਵਰਕ ਨੂੰ ਸਰਚ ਇੰਜਨ ਕਹਿ ਸਕਦੇ ਹਾਂ ਤੇ ਬਰਾਊਜ਼ਰ ਨੂੰ ਅਸੀਂ ਮੋਬਾਈਲ ਫੋਨ ਕਹਿ ਸਕਦੇ ਹਾਂ। ਦੇਖੋ ਨਾ ਤਾਂ ਨੈਟਵਰਕ ਦੇ ਬਿਨਾਂ ਸਰਚ ਹੋਵੇ, ਨਾ ਤਾਂ ਨੈਟਵਰਕ ਬਿਨਾਂ ਕਾਲ ਹੋਵੇ, ਨਾ ਮੋਬਾਈਲ ਬਿਨਾਂ ਕਾਲ ਹੋਵੇ। ਦੋਨੇ ਇੱਕ ਸਿੱਕੇ ਦੇ ਪਹਿਲੂ ਨੇ, ਹੈ ਨਾ, ਇੱਕੋ ਸਿੱਕੇ ਦੇ ਦੋ ਪਾਸੇ ਨੇ। ਤਾਂ ਬਰਾਊਜ਼ਰ ਜਿਹੜਾ ਯੂਜ਼ਰ ਦੇ ਕੰਪਿਊਟਰ ਤੇ ਇੰਸਟਾਲ ਹੁੰਦਾ, ਇਨਫੋਰਮੇਸ਼ਨ ਨੂੰ ਸ਼ੋਅ ਕਰਾਉਂਦਾ ਹੈ। ਤੇ ਸਰਚ ਇੰਜਨ ਜਿਹੜਾ ਦੁਨੀਆ ਦੇ ਵਿੱਚੋਂ ਧੱਕੇ ਧੁੱਕੇ ਖਾ ਕੇ ਲੱਭ ਕੇ ਲਿਆ ਕੇ ਸਾਨੂੰ ਦੱਸਦਾ। ਤਾਂ ਉਲਝਣਾ ਨਹੀਂ, ਹੁਣ ਯਾਦ ਰੱਖਣੀ ਹੈ ਗੱਲ ਇਹ। ਤਾਂ ਯਾਹੂ ਹੈ ਕਿਉਂਕਿ ਇਹ ਪੋਪੂਲਰ ਨੇ। ਯਾਹੂ 94 ਚ ਆਇਆ ਤੇ ਗੂਗਲ ਹੈ ਜਿਹੜਾ
98 ਦੇ ਵਿੱਚ ਆਇਆ। ਠੀਕ ਆ, ਤਾਂ ਇਹਦਾ ਆਪਾਂ ਆਨਸਰ ਦੇਖ ਹੀ ਲਿਆ ਸੀਗਾ। ਇਹਦਾ ਪਹਿਲੇ ਪੇਜ ਨੂੰ ਹੋਮ ਪੇਜ ਕਹਿੰਦੇ ਆ, ਲਾਸਟ ਵਾਲੇ ਨੂੰ ਨਹੀਂ ਕਹਿੰਦੇ। ਇਹਦਾ ਆਨਸਰ ਫਿਰ ਇਹ ਹੈ। ਕਿਉਂ? ਕਿਉਂਕਿ ਉਹਨੇ ਕੀ ਪੁੱਛਿਆ ਸੀ? ਫਾਲਸ ਪੁੱਛਿਆ ਸੀ। ਕਲੀਅਰ ਹੋ ਗਈ ਗੱਲ। ਅਗਲਾ ਕੁਐਸਚਨ 23ਵਾਂ ਕਹਿੰਦਾ ਡੈਸ਼ ਡਾਕੂਮੈਂਟ ਔਨ ਇੰਟਰਨੈਟ ਇਜ਼ ਨੋਨ ਐਜ਼ ਵੈਬ ਪੇਜਸ। ਕਿਹੜੇ ਡਾਕੂਮੈਂਟ ਨੂੰ ਕਹਿੰਦਾ ਵੈਬ ਪੇਜ ਬੋਲਦੇ ਆ? ਕਿ ਨੈਟ ਟੈਕਸਟ ਨਹੀਂ, ਵੈਬ ਟੈਕਸਟ ਨਹੀਂ, ਸਕੈਨ ਟੈਕਸਟ ਨਹੀਂ, ਹਾਈਪਰ ਟੈਕਸਟ। ਬਿਲਕੁਲ ਠੀਕ ਆਨਸਰ ਹੈ, ਪਰ ਆਪਾਂ ਪੜ੍ਹ ਲੈਂਦੇ ਹਾਂ। ਹਾਈਪਰ ਟੈਕਸਟ ਇਜ਼ ਨॉन ਲੀਨੀਅਰ ਡਾਕੂਮੈਂਟ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਲੀਨੀਅਰ ਕਿਹੜਾ ਹੁੰਦਾ। ਜਿਵੇਂ ਇੱਕ ਕਿਤਾਬ ਹੈ, ਕਿਤਾਬ ਦੇ ਵਿੱਚ ਪਹਿਲੇ ਪੇਜ ਤੋਂ ਦੂਜੇ ਤੀਜੇ ਤੇ ਜਾਣਾ ਪਊਗਾ। ਐਂ ਨਹੀਂ ਹੈਗਾ ਪਹਿਲੇ ਪੇਜ ਤੇ ਕਲਿੱਕ ਕਰੀਏ ਤੇ 18ਵੇਂ ਪੇਜ ਤੇ ਲੈ ਜਾਈਏ। ਸਿੱਧਾ 18ਵਾਂ ਖੋਲ ਸਕਦੇ ਆ। ਐਂ ਨਹੀਂ ਹੈਗਾ ਤੁਸੀਂ ਸੋਚੋਗੇ ਯਾਰ ਪਹਿਲੇ ਤੋਂ ਬਾਅਦ 18ਵੇਂ ਦੇ ਵਗ ਜਾਓ, ਜਾ ਸਕਦੇ ਆ, ਪਰ ਵਿੱਚੋਂ ਕਲਿੱਕ ਕਰਕੇ ਤਾਂ ਨਹੀਂ ਜਾ ਸਕਦੇ। ਤਾਂ ਜਿਹੜੀ ਨੋਰਮਲ ਬੁੱਕ ਆ ਉਹ ਇੱਕ ਲੀਨੀਅਰ ਸਟਰਕਚਰ ਹੈ। ਠੀਕ ਆ, ਤੇ ਜਿਹੜਾ ਹਾਈਪਰ ਟੈਕਸਟ ਹੈ ਇਹ ਨॉन ਲੀਨੀਅਰ ਹੈ। ਹਾਈਪਰ ਟੈਕਸਟ ਇਜ਼ ਟੈਕਸਟ ਡਿਸਪਲੇਡ ਔਨ ਕੰਪਿਊਟਰ ਡਿਸਪਲੇ। ਉਹ ਵਾਲੀ ਟੈਕਸਟ ਜਿਹੜੀ ਕੰਪਿਊਟਰ ਦੀ ਡਿਸਪਲੇ ਤੇ ਦਿਖਦੀ ਆ, ਔਰ ਅਦਰ ਇਲੈਕਟ੍ਰੋਨਿਕ ਡਿਵਾਈਸ ਵਿਦ ਰੈਫਰੈਂਸ ਟੂ ਅਦਰ ਟੈਕਸਟ ਦੈਟ ਦੀ ਰੀਡਰ ਕੈਨ ਇਮੀਡੀਏਟਲੀ ਐਕਸੈਸ। ਕਹਿੰਦਾ ਜਿਵੇਂ ਆਹ ਇਨਫੋਰਮੇਸ਼ਨ ਹੈ ਇਹਦੇ ਵਿੱਚ ਕਹਿੰਦਾ ਦੂਜਿਆਂ ਨੂੰ ਰੈਫਰੈਂਸ ਵੀ ਪਾਇਆ ਹੁੰਦਾ। ਮੰਨ ਲਓ ਆ ਇੱਥੇ ਮੈਂ ਨੀਲਾ ਜਿਹਾ ਕਰਦੇ ਹਾਂ, ਤਾਂ ਜਦੋਂ ਮੈਂ ਇਹਦੇ ਤੇ ਕਲਿੱਕ ਕਰਾਂ ਜਲਦੀ ਜਲਦੀ ਇੱਥੇ ਮੈਂ ਚੱਲ ਜਾਊਂਗਾ, ਤਾਂ ਦੂਜੀ ਟੈਕਸਟ ਨੂੰ ਵੀ ਅਸੀਂ ਉਹਦੇ ਨਾਲ ਹੀ ਐਕਸੈਸ ਕਰ ਸਕਦੇ ਹਾਂ। ਹਾਈਪਰ ਟੈਕਸਟ ਡਾਕੂਮੈਂਟ ਆਰ ਇੰਟਰਕਨੈਕਟਡ ਬਾਏ ਹਾਈਪਰ ਲਿੰਕ। ਉਹੀ ਤਾਂ ਆਪਾਂ ਗੱਲ ਕੀਤੀ ਹੈ ਕਿ ਹਾਈਪਰ ਲਿੰਕ ਦੇ ਨਾਲ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ, ਵਿਚ ਆਰ ਟਿਪੀਕਲੀ ਐਕਟੀਵੇਟਡ ਬਾਏ ਮਾਊਸ ਕਲਿੱਕ, ਕੀ ਪ੍ਰੈਸ ਔਰ ਸਕਰੀਨ ਟੱਚ। ਟੱਚ ਸਕਰੀਨ ਤੇ ਵੀ ਤੇ ਮਾਊਸ ਦੇ ਨਾਲ ਜਾਂ ਕੀ ਪ੍ਰੈਸ ਦੇ ਨਾਲ ਅਸੀਂ ਐਕਸੈਸ ਕਰ ਸਕਦੇ ਹਾਂ। ਤੇ ਜੇ ਆਪਾਂ ਆਲਰੇਡੀ ਕਰ ਚੁੱਕੇ ਹਾਂ ਵੀ ਇਹਨੂੰ ਅਸੀਂ ਹਾਈਪਰ ਲਿੰਕ ਬੋਲਦੇ ਹਾਂ। ਇਹ ਸਾਰੇ ਨੂੰ ਆ ਜਿਹੜੀ ਟੈਕਸਟ ਦਿਖ ਰਹੀ ਹੈ ਕੀ ਹੈ? ਹਾਈਪਰ ਟੈਕਸਟ ਹੈ। ਠੀਕ ਆ, ਤੇ ਬਹੁਤ ਤਰ੍ਹਾਂ ਦੇ ਸਟਰਕਚਰ ਐਗਜ਼ਿਸਟ ਕਰਦੇ ਨੇ। ਜਿਵੇਂ ਇਹ ਲੀਨੀਅਰ ਸਟਰਕਚਰ ਹੈ, ਇਹ ਜਿਹੜੇ ਤਿੰਨ ਦੂਜੇ ਨੇ ਇਹ ਕੀ ਨੇ? ਨॉन ਲੀਨੀਅਰ ਸਟਰਕਚਰ ਨੇ। ਅੰਬ ਜਿਹਾ ਨਹੀਂ ਬਣ ਗਿਆ? ਠੀਕ ਹੈ, ਆਟੋਮੈਟਿਕਲੀ ਬਣ ਗਿਆ। ਚਲੋ ਇੱਥੇ ਜੀ ਐਂ ਲਾ ਦਿੰਦੇ ਆ ਮੈਂਗੋ। ਸਰਦੀ ਜਿਹਦਾ ਵੈਸੇ ਕਿਹੜਾ ਅੰਬ ਯਾਦ ਆਉਂਦਾ? ਠੀਕ ਹੈ, ਚਲੋ ਅੰਬ ਬਣਾਤਾ। ਇਹਨੂੰ ਆਪਾਂ ਬੋਲਦੇ ਹਾਂ ਨॉन ਲੀਨੀਅਰ। ਨॉन ਲੀਨੀਅਰ ਦੀਆਂ ਵੀ ਬਹੁਤ ਟਾਈਪ ਹੁੰਦੀਆਂ ਨੇ। ਹਾਇਰਾਰਕੀਕਲ, ਜੇ ਹਾਇਰਾਰਕੀ ਦੇ ਵਿੱਚ ਹੈ, ਪੇਰੈਂਟ ਹੋ ਗਿਆ, ਉਹਦਾ ਚਾਈਲਡ ਹੋ ਗਿਆ, ਗ੍ਰੈਂਡ ਚਾਈਲਡ ਹੋ ਗਿਆ, ਤੇ ਵੈਬ ਸਟਰਕਚਰ ਹੋ ਗਿਆ ਇੱਕ ਦੂਜੇ ਨਾਲ ਸਾਰੇ ਜੁੜੇ ਹੋਏ, ਤੇ ਗ੍ਰਿਡ ਸਟਰਕਚਰ ਹੋ ਗਿਆ। ਠੀਕ ਹੈ, ਸੋ ਇਹ ਬਹੁਤ ਸਾਰੇ ਸਟਰਕਚਰ ਨੇ। ਸਾਡੇ ਤੇ ਡਿਪੈਂਡ ਕਰਦਾ ਜਦੋਂ ਅਸੀਂ ਵੈਬਸਾਈਟ ਬਣਾ ਰਹੇ ਹਾਂ ਅਸੀਂ ਕਿਵੇਂ ਦਾ ਸਟਰਕਚਰ ਫੋਲੋ ਕਰਨਾ, ਬਟ ਇਹ ਸਾਰੇ ਨॉन ਲੀਨੀਅਰ ਨੇ। ਤਾਂ ਇਹਦਾ ਆਨਸਰ ਹੈ ਡੀ। ਠੀਕ ਆ, ਇਹ ਵਰਡ ਇਨ ਏ ਵੈਬ ਪੇਜ ਦੈਟ ਵੈਨ ਕਲਿਕਡ ਓਪਨ ਅਨਦਰ ਡਾਕੂਮੈਂਟ ਇਜ਼ ਕਾਲਡ। ਦੇਖੋ ਉਹੀ ਕੁਐਸਚਨ ਘੁਮਾ ਫਿਰਾ ਕੇ ਪੁੱਛੀ ਜਾਂਦਾ। ਦੇਖੋ ਪਟਵਾਰੀ 'ਚ ਪੁੱਛਿਆ ਹੋਇਆ ਇਹਨੇ, ਪਿਛਲਾ ਕੁਐਸਚਨ ਕਿਤੇ ਹੋਰ ਪੁੱਛਿਆ, ਕਿਤੇ ਹੋਰ ਪੁੱਛਿਆ। ਗੱਲਾਂ ਤਾਂ ਉਹੀ ਨੇ ਨਾ। ਜੇ ਡੀਪ ਦੇ ਵਿੱਚ ਚੀਜ਼ਾਂ ਸਮਝ ਗਏ ਫਿਰ ਹੋ ਹੀ ਨਹੀਂ ਸਕਦਾ ਕੋਈ ਕੁਐਸਚਨ ਦੇ ਵਿੱਚ ਸਾਨੂੰ ਬੰਦਾ ਫਸਾ ਜੇ। ਤਾਂ ਫਿਰ ਇਹਦਾ ਆਨਸਰ ਹੁਣ ਆਪ ਹੀ ਦੱਸ ਦਿਓ, ਹਾਈਪਰ ਲਿੰਕ ਹੈ ਨਾ। ਅਗਲਾ ਕੁਐਸਚਨ ਹੈ ਮਲਟੀਮੀਡੀਆ ਆਲ ਆਫ ਦੀ ਫੋਲੋਇੰਗ ਐਕਸੈਪਟ। ਕਹਿੰਦਾ ਹੇਠ ਲਿਖੇ ਸਾਰੇ ਮਲਟੀਮੀਡੀਆ ਹੈ ਐਕਸੈਪਟ ਕਿਹਨੂੰ ਛੱਡ ਕੇ? ਮੈਮਰੀ, ਸਾਈਟ, ਸਾਊਂਡ, ਇਮੇजेस। ਪਹਿਲਾਂ ਆਪਾਂ ਮਲਟੀਮੀਡੀਆ ਪੜ੍ਹ ਲਈਏ। ਮਲਟੀਮੀਡੀਆ ਇਜ਼ ਸਿੰਪਲੀ ਮਲਟੀਪਲ ਫਾਰਮਸ ਆਫ ਮੀਡੀਆ ਇੰਟੀਗ੍ਰੇਟਡ ਟੁਗੈਦਰ। ਬਹੁਤ ਸਾਰੇ ਮੀਡੀਆ ਨੂੰ ਇਕੱਠੇ ਕਰ ਲੈਣਾ ਉਹਨੂੰ ਕੀ ਬੋਲਦੇ ਆ? ਮਲਟੀਮੀਡੀਆ। ਮੀਡੀਆ ਕੈਨ ਬੀ ਟੈਕਸਟ, ਗ੍ਰਾਫਿਕ, ਆਡੀਓ, ਐਨੀਮੇਸ਼ਨ, ਵੀਡੀਓ, ਡੇਟਾ। ਸਾਰੇ ਡੇਟਾ ਨੂੰ ਇਕੱਠਾ ਇੱਕ ਥਾਂ ਜੋੜ ਦੇਣਾ ਉਹਨੂੰ ਕੀ ਬੋਲਦੇ ਆ? ਮਲਟੀਮੀਡੀਆ ਬੋਲਦੇ ਆ। ਤਾਂ ਇਮੇजेस ਵੀ ਆ ਗਈਆਂ, ਸਾਊਂਡ ਵੀ ਆ ਗਿਆ, ਸਾਈਟ ਫੋਟੋਆਂ ਨੂੰ ਕਹਿੰਦੇ। ਕੋਈ ਸੀਨ ਦੇਖਣਾ, ਕੋਈ ਕਿਸੇ ਚੀਜ਼ ਦੀ ਹੈ ਨਾ ਸੀਨਰੀ, ਸਾਈਟ ਆਪਾਂ ਕਹਿੰਦੇ ਸਾਈਟ ਬੜੀ ਸੋਹਣੀ ਹੈ ਯਾਰ। ਤਾਂ ਮੈਮਰੀ ਨਹੀਂ ਹੁੰਦੀ ਇਹਦੇ ਚ। ਮੈਮਰੀ ਤਾਂ ਸਟੋਰ ਕਰਨ ਲਈ ਵਰਤੀ ਜਾਂਦੀ ਹੈ, ਮਲਟੀਮੀਡੀਆ ਥੋੜਾ ਹੁੰਦੀ ਹੈ। ਮੈਮਰੀ ਤਾਂ ਇੱਕ ਸਟੋਰੇਜ ਦੇ ਲਈ ਵਰਤੀ ਜਾਂਦੀ ਹੈ। ਤਾਂ ਫਿਰ ਆਨਸਰ ਇਹਦਾ ਏ ਆ। ਠੀਕ ਆ, ਸੋ ਇਹ ਆਪਾਂ ਕੁਐਸਚਨ ਡਿਸਕਸ ਕੀਤੇ ਨੇ 7ਵੇਂ ਚੈਪਟਰ ਦੇ ਬੇਸਿਕ ਲੈਵਲ ਦੇ। ਸੋ ਇਸ ਤੋਂ ਬਾਅਦ ਆਪਾਂ 8ਵਾਂ ਚੈਪਟਰ ਹੈ ਜਿਹੜਾ ਉਹ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਜਿਹਦੇ ਵਿੱਚ ਵਰਡ, ਐਕਸਲ ਤੇ ਪਾਵਰ ਪੁਆਇੰਟ ਤਿੰਨ ਚੀਜ਼ਾਂ ਰੱਖੀਆਂ ਨੇ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਚਾਹੇ ਤੁਸੀਂ ਕਲੈਰੀਕਲ ਦਾ ਪੇਪਰ ਦੇਣਾ, ਚਾਹੇ ਫੋਰੈਸਟ ਗਾਰਡ ਦਾ, ਜਿਹੜਾ ਮਰਜ਼ੀ ਪੇਪਰ ਦੇਣਾ ਤੁਸੀਂ, ਚਾਹੇ ਐਕਸਾਈਜ਼ ਇੰਸਪੈਕਟਰ ਦਾ, ਇਹ ਚੀਜ਼ਾਂ ਛੱਡ ਕੇ ਨਹੀਂ ਜਾਣੀਆਂ। ਇਹਦੇ ਲਈ ਆਪਾਂ ਇੱਕ ਸੈਪਰੇਟ 7 ਵੀਡੀਓ 8 ਵੀਡੀਓ ਦੀ ਇੱਕ ਆਪਾਂ ਪਲੇਲਿਸਟ ਹੈ ਆਪਣੀ, ਜਿਹਦਾ ਨਾਮ ਰੱਖਿਆ ਆਫਿਸ ਪ੍ਰੋਡਕਟਿਵਿਟੀ ਟੂਲ। ਤੇ 7 ਵੀਡੀਓ ਉਹਦੇ ਤੇ ਨੇ, 8ਵੀਂ ਵੀਡੀਓ ਐਬਰੀਵੇਸ਼ਨ ਤੇ ਹੈ, ਮੈਰਾਥਨ ਬਣਾਈ ਸੀ ਆਪਾਂ। ਇਹ ਤੁਸੀਂ ਜ਼ਰੂਰ ਜਾ ਕੇ ਦੇਖ ਲਿਓ। ਤੇ ਬਾਕੀ ਦੀਆਂ ਜੇਕਰ ਤੁਸੀਂ ਇਸ ਵੀਡੀਓ ਤੇ ਨਵੇਂ ਆਏ ਹੋ ਤਾਂ ਸਿਰੇ ਤੋਂ ਸ਼ੁਰੂ ਕਰ ਲਓ। ਤੇ ਕੁਐਸਚਨ ਹੋ ਹੀ ਨਹੀਂ ਸਕਦਾ ਤੁਹਾਡਾ ਫਸ ਜੇ, ਪੁਰਾਣੇ ਕੁਐਸਚਨ ਵੀ ਕਰਾਵਾਂਗੇ। ਤੇ ਦੂਜੀ ਗੱਲ, PSSB ਨੇ ਕੋਈ ਵੀ ਪੇਪਰ ਲਿਆ ਉਹਦੇ ਪ੍ਰੀਵੀਅਸ ਕੁਐਸਚਨ ਤੁਸੀਂ ਦੇਖਣੇ ਨੇ। ਜਿਵੇਂ ਮੈਂ ਹੁਣ ਕਲਰਕ ਦੇ ਵੀ ਕਰਾ ਰਿਹਾ ਨਾਲ ਹੈ ਨਾ। ਤੁਸੀਂ ਇਹ ਨਾ ਛੱਡੋ, ਸੋਚ ਕੇ ਛੱਡੋ ਵੀ ਮੈਂ ਤਾਂ ਕਲਰਕ ਦੇ ਕਰਨੇ ਨਹੀਂ, ਕਿਉਂਕਿ ਕੁਐਸਚਨ ਤਾਂ ਯਾਰ ਉਹੀ ਪਾਊਗਾ, ਨਵੇਂ ਕਿੱਥੋਂ ਪਾ ਦੂਗਾ ਲਿਆ ਕੇ। ਤਾਂ ਬਹੁਤ ਸਾਰੇ ਬੰਦਿਆਂ ਨੂੰ ਇਹ ਵਹਿਮ ਹੋ ਜਾਂਦਾ ਹੈ, ਜੇ ਮੈਂ ਮੈਰਾਥਨ 1 ਤੇ ਪਾਤਾ
ਉਹਦਾ ਨਾਮ ਲਿਖਦੇ ਆ ਵੀ ਜੇ ਹੁਣ ਪੇਪਰ ਮੰਨ ਲਓ ਪਹਿਲਾਂ ਫੋਰੈਸਟ ਗਾਰਡ ਦਾ ਤੇ ਜੇ ਮੈਂ ਲਿਖਤਾ ਜੀ ਫੋਰੈਸਟ ਗਾਰਡ ਮੈਰਾਥਨ ਕੰਪਿਊਟਰ ਮੈਰਾਥਨ ਤਾਂ ਬੰਦੇ ਕਹਿੰਦੇ ਵੀ ਅਸੀਂ ਤਾਂ ਫੋਰੈਸਟ ਗਾਰਡ ਦੇਖਦੇ ਨਹੀਂ ਕਿਉਂ ਕਿਉਂਕਿ ਅਸੀਂ ਤਾਂ ਐਕਸਾਈਜ਼ ਇੰਸਪੈਕਟਰ ਦੇਣਾ ਫੋਰੈਸਟ ਗਾਰਡ ਸਾਡਾ ਥੋੜੀ ਹੈ ਉਹ ਇਹ ਕੁਐਸਚਨ ਉਹੀ ਹੁੰਦੇ ਨੇ ਘੁਮਾ ਫਿਰਾ ਕੇ ਪਾਏ ਨੇ ਬੋਡੀ ਤਾਂ ਸੇਮ ਹੀ ਹੈ ਨਾ ਪੀਟਰ ਪਲੱਸ ਵੀ ਤਾਂ ਇਹ ਜੇ ਮੈਨੂੰ ਲੱਗਦਾ ਵੀ ਪਲੀਜ਼ ਸਵਾਲ ਨਾ ਪੁੱਛਿਆ ਕਰੋ ਵੀ ਇਹ ਕਿਵੇਂ ਆ ਕਿਤੇ ਫੱਟੇ ਚੱਕਦਾ ਕਰੋ ਜਿਹੜਾ ਵੀਡੀਓ ਮੂਹਰੇ ਆ ਗਈ ਮੂਹਰੇ ਦਾ ਉਹਦੇ ਵਾਂਗੂ ਬੋਲ ਪਏ ਸੀ ਨਾ ਉਹ ਨਹੀਂ ਕੁੜੀ ਇੱਕ ਵਾਇਰਲ ਹੈਗੀ ਇੰਟਰਨੈਟ ਤੇ ਇਹ ਕਹਿੰਦੇ ਚੁੜਾ ਤਾਂ ਨਹੀਂ ਕੁੜੇ ਤਾਂ ਨਹੀਂ ਨਾ ਬੱਕੜੇ ਵਾਲੀ ਕੁੜੀ ਉਹ ਮੈਨੂੰ ਵੀ ਨਾ ਕਹਿ ਲੱਗਦਾ ਮੂਹਰੇ ਆ ਗਿਆ ਸੀ ਮੂਹਰੇ ਤਾਂ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਇਹ ਜੇ ਕਮੈਂਟ ਨਹੀਂ ਆਪਾਂ ਕਰਨੇ ਤੁਸੀਂ ਜਿਹੜੀ ਵੀਡੀਓ ਤੁਹਾਡੇ ਮੂਹਰੇ ਆ ਗਈ ਚੱਕ ਦੇ ਫੱਟੇ ਠੀਕ ਹੈ ਥੈਂਕ ਯੂ ਮਿਲਦੇ ਹਾਂ ਕਿਸੇ ਹੋਰ